ਹਾਜ਼ਰ ਹੈ ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਚੱਜ ਦਾ ਵਿਚਾਰ ਪੇਸ਼ ਕਰਦੇ ਹਾਂ। ਚੱਜ ਦਾ ਵਿਚਾਰ ਮੈਨੂੰ ਲੱਗਦਾ ਵੀ ਤੁਹਾਨੂੰ ਵੀ ਬੜਾ ਸੋਹਣਾ ਲੱਗੂਗਾ, ਬੜਾ ਚੰਗਾ ਅੱਜ ਦੇ ਪ੍ਰਸੰਗ ਦੇ ਵਿੱਚ, ਕਿ ਸਸਤੇ ਲੋਕਾਂ ਦੇ ਹੱਥ ਮਹਿੰਗੇ ਜਜ਼ਬਾਤ ਨਹੀਂ ਧਰੀਦੇ। ਸਸਤੇ ਲੋਕਾਂ ਦੇ ਹੱਥ ਮਹਿੰਗੇ ਜਜ਼ਬਾਤ ਨਹੀਂ ਧਰੀਦੇ, ਨਾਲ ਖੜਿਆਂ ਦੀ ਕਦਰ ਕਰੀਦੀ ਤੇ ਛੱਡ ਗਿਆਂ ਦੇ ਸ਼ਿਕਵੇ ਨਹੀਂ ਕਰੀਦੇ। ਵਾਹ। ਹੁਣ ਅਸੀਂ ਗੱਲਬਾਤ ਕਰਾਂਗੇ ਹਰਮਨ ਸਿੰਘ ਜੀ ਦੇ ਨਾਲ, ਤੇ ਗੱਲਬਾਤ ਤੋਂ ਪਹਿਲਾਂ ਕਰਾਂਗੇ ਸਵਾਗਤ, ਤੇ ਫਿਰ ਗੱਲਾਂ ਬਾਤਾਂ ਦਾ ਹਰ ਰੋਜ਼ ਦੀ ਪ੍ਰਵਾਹ ਜਿਵੇਂ ਚੱਲਦਾ ਹੁੰਦਾ ਉਹ ਧੋੜਤੀ ਉਵੇਂ ਚੱਲੂਗਾ। ਸਤਿ ਸ਼੍ਰੀ ਅਕਾਲ ਜਾਣਾ ਸਾਹਿਬ, ਅੱਜ ਤਾਂ ਆਉਂਦੇ ਹੀ ਛਾ ਗਏ ਹੋ। ਬਹੁਤ ਮਿਹਰਬਾਨੀ, ਕਮਾਲ ਦਾ ਚਾਹੀਦਾ ਵਿਚਾਰ ਪੇਸ਼ ਕੀਤਾ। ਧੰਨਵਾਦ, ਬਹੁਤ ਸ਼ੁਕਰੀਆ। ਵਾਕਈ ਇਹ ਗੱਲ ਸੱਚੀ ਹੈ ਜਿਹੜੀ ਤੁਸੀਂ ਕਹੀ ਹੈ। ਦੇਖੋ ਗੱਲ ਇਹ ਆ ਹਾਂ ਬਈ ਸਮਝ ਨਾਲ ਚੱਲਣ ਦੀ ਲੋੜ ਆ। ਬਿਲਕੁਲ ਬਈ ਹੁਣ ਕੀ ਕਰਗੇ, ਨਹੀਂ ਤਾਂ ਨਾ ਸਹੀ, ਨਹੀਂ ਤਾਂ ਨਾ ਸਹੀ। ਫਿਰ ਐਡੀ ਕੋਈ ਗੱਲ ਨਹੀਂ, ਜ਼ਿੰਦਗੀ ਕਦੇ ਰੁਕਦੀ ਨਹੀਂ ਹੈ, ਹਮੇਸ਼ਾ ਚੱਲਦੀ ਰਹਿੰਦੀ ਹੈ ਤੇ ਹਰ ਇੱਕ ਬੰਦੇ ਨੂੰ ਇਹ ਜ਼ਿਆਦਾ ਵਧੀਆ ਤਰੀਕੇ ਨਾਲ ਪਤਾ ਹੁੰਦਾ ਹੈ ਕਿ ਜ਼ਿੰਦਗੀ ਨੂੰ ਜਿਹੜੇ ਮੁਕਾਮ ਤੇ ਉਹ ਪਹੁੰਚਾਉਣਾ ਚਾਹੁੰਦਾ ਉਹਦੇ ਲਈ ਉਹ ਕਿੰਨਾ ਸੰਘਰਸ਼ ਕਰ ਰਿਹਾ, ਕਿਵੇਂ ਦਿਨ ਰਾਤ ਇੱਕ ਕਰਕੇ ਉਹ ਮਿਹਨਤ ਕਰ ਰਿਹਾ, ਕਿਵੇਂ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਉਹ ਲਗਾਤਾਰ ਚੱਲਦਾ ਹੀ ਜਾ ਰਿਹਾ। ਸੋ ਇਸ ਲਈ ਚੱਲਦੇ ਰਹੋ। ਫਿਰ ਉਹੀ ਗੱਲ ਵੀ ਭਜਾਈ ਚੱਲ ਘੋੜਾ ਕਦੇ ਤਾਂ ਪਿੰਡ ਆਊਗਾ। ਵਾਕਈ ਆਊਗਾ। ਤੇ ਮੌਸਮ ਦੀ ਹਾਲ ਬਿਆਨੀ ਕਰ। ਮੌਸਮ ਵੀ ਪੰਜਾਬ ਦਾ ਬੜਾ ਗਰਮ, ਲੰਘੇ ਕੱਲ 43 ਡਿਗਰੀ 43.5 ਡਿਗਰੀ ਤੱਕ ਪੰਜਾਬ ਦੇ ਵਿੱਚ ਕਈ ਹਿੱਸੇ 'ਚ ਤਾਪਮਾਨ ਸੀ। ਪਤਾ ਹੀ ਨਹੀਂ, ਗੁੰਮ ਸੁੜੋ ਮਝਾ ਸੀਗਾ ਸਾਰਾ ਕੁਝ। ਹਾਏ ਹਾਏ 43 ਡਿਗਰੀ ਸੀ ਚਾਹੇ, ਪਰ ਉਹ ਫੀਲਸ ਲਾਈਕ ਤਾਂ 45-46 ਡਿਗਰੀ ਸੀ। ਇਹ ਫੀਲਸ ਲਾਈਕ ਕਿਵੇਂ? ਮਤਲਬ ਕਿ ਹਿਊਮਿਡਿਟੀ, ਹਿਊਮਸ, ਜਿਹੜਾ ਹੁਮਸ ਉਹਨੂੰ ਇੰਨਾ ਜ਼ਿਆਦਾ ਵਧਾ ਰਿਹਾ ਸੀ, ਘਬਰਾਹਟ ਇੰਨੀ ਸੀ, ਟੈਣਾ ਸਭ ਸਾਹ ਹੀ ਨਹੀਂ ਸੀ ਆਉਂਦਾ, ਪਸੀਨੇ। ਜਿਹੜਾ ਵੇਖੋ ਇਹੀ ਕਹਿੰਦਾ ਸੀ ਹਾਏ ਬੜੀ ਗਰਮੀ। ਪਸ਼ੂ ਪੰਛੀ ਵਿਚਾਰੇ ਉਹ ਵੀ ਪਰੇਸ਼ਾਨ, ਇਨਸਾਨ ਵੀ ਪਰੇਸ਼ਾਨ, ਹਰ ਪਾਸੇ ਬਹੁਤ ਜ਼ਿਆਦਾ ਤਪਸ਼ ਸੀ। ਪਰ ਅੱਜ ਮੀਂਹ ਪੈ ਜਾਣਾ, ਪਰ ਐ ਨਾ ਹੋਵੇ ਥੋੜਾ ਜਿਹਾ ਪਵੇ ਤੇ ਤਪਸ਼ ਹੋਰ ਵੱਧ ਜਾਏ। ਹੁਣ ਜਿਵੇਂ ਤੁਸੀਂ ਕਹਿੰਦੇ ਉਵੇਂ ਕਰੀ ਚੱਲੇ ਹਨਾ। ਬਦਲ ਕਹਿਣ ਅੱਛਾ ਕਿਵੇਂ ਚਾਹੁੰਦੇ ਹੋ ਭੇਜਾਂ ਮੀਂਹ? ਜਿੰਨਾ ਕਿ ਧਰਤੀ ਦੀ ਪਿਆਸ ਤਾਂ ਬੁਝੇ ਨਾ। ਦੇਖੋ ਇਹ ਕੁਦਰਤ ਦੀ ਮਰਜ਼ੀ ਹੈ, ਇਹਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ, ਨਾ ਸਾਡਾ ਇਹਦੇ ਵਿੱਚ ਕੋਈ ਦਖਲ ਹੋਣਾ ਚਾਹੀਦਾ। ਜਿਵੇਂ ਉਹਨੂੰ ਠੀਕ ਲੱਗਦਾ ਉਵੇਂ ਕਰ ਦੇਣਾ, ਤੇ ਅਸੀਂ ਵੀ ਤਾਂ ਉਵੇਂ ਹੀ ਕੀਤਾ ਕੁਦਰਤ ਨਾਲ ਜਿਵੇਂ ਸਾਨੂੰ ਠੀਕ ਲੱਗਦਾ। ਬਿਲਕੁਲ। ਸੋ ਗੱਲ ਇਹ ਜੀ ਕਿ 28, 29 ਤੇ 30 ਜੂਨ 3 ਦਿਨ ਪੰਜਾਬ ਦੇ ਵਿੱਚ ਭਵਿੱਖਬਾਣੀ ਕੀਤੀ ਗਈ ਹੈ ਵੀ ਬਹੁਤ ਮੀਂਹ ਪੈ ਸਕਦਾ ਕਈ ਥਾਵਾਂ ਤੇ। ਮੈਨੂੰ ਨਹੀਂ ਪਤਾ ਵੀ ਇਹ ਭਵਿੱਖਬਾਣੀ ਕਿੰਨੀ ਕਿ ਸਹੀ ਸਾਬਤ ਹੋਣੀ ਆ, ਅਗਲੇ ਘੰਟੇ ਬਾਅਦ, ਅਗਲੇ 4 ਘੰਟਿਆਂ ਬਾਅਦ ਕੀ ਕੁਝ ਹੋਣਾ, ਪਰ ਵੀ ਕਿਹਾ ਗਿਆ ਜਦ ਤੱਕ ਸਾਥ ਤੱਕ ਆਸ ਕਰਦੇ ਵੀ ਮੀਂਹ ਪਊਗਾ, ਆਸ ਕਰਦੇ ਪੂੜੇ ਆਉਣਗੇ, ਆਸ ਕਰਦੇ ਵੀ ਠੰਡੀ ਖੀਰ ਖਾਣ ਨੂੰ ਮਿਲੂਗੀ, ਆਸ ਕਰਦੇ ਵੀ ਪਸ਼ੂ ਪੰਛੀ ਬਸ ਕਮਾਲਾਂ ਕਰਨਗੇ। ਤੇ ਫਿਰ ਅਸੀਂ ਤਾਂ ਚਲੋ ਨਹੀਂ ਕਵਾਂਗੇ, ਸ਼ਾਇਦ ਕੁਝ ਨਿਆਣੇ ਕਹਿਣ ਵੀ ਕਾਲੀਆਂ ਇੱਟਾਂ ਕਾਲੇ ਰੋਡ, ਮੀਂਹ ਵਰਾ ਦੇ ਜ਼ੋਰੋ ਜ਼ੋਰ। ਆਪਾਂ ਕਿਉਂ ਨਹੀਂ ਕਵਾਂਗੇ ਬਈ? ਹੁਣ ਅਸਲ ਦੇ ਵਿੱਚ ਨਾ ਖਬਰਾਂ ਚੋਂ ਟਾਈਮ ਨਹੀਂ ਨਿਕਲਦਾ। ਨਹੀਂ ਕੁਦਰਤ ਦੇ ਮੋਹਰੇ ਸਾਰੇ ਨਿਆਣੇ ਨੇ, ਆਪਾਂ ਵੀ ਕਵਾਂਗੇ। ਹਾਂ, ਕਾਲੀਆਂ ਇੱਟਾਂ ਕਾਲੇ ਰੋਡ, ਮੀਂਹ ਵਰਾ ਦੇ ਜ਼ੋਰੋ ਜ਼ੋਰ। ਬਿਲਕੁਲ ਸਹੀ। ਆਪਣੇ ਵਾਲੇ ਚੱਜ ਦਾ ਵਿਚਾਰ ਹੋਣ ਦਿਓ। ਰਾਣਾ ਸਾਹਿਬ ਬਹੁਤ ਸੋਹਣਾ ਚਾਹੀਦਾ ਵਿਚਾਰ ਹੈ, ਮੈਂ ਕਿਤੇ ਲਿਖਿਆ ਪੜਿਆ, ਅੱਛਾ ਇਸੇ ਲਈ ਸਾਂਝਾ ਕਰਨ ਲੱਗੀ ਹਾਂ। ਕਹਿੰਦੇ ਇੱਥੇ ਹਰ ਕਿਸੇ ਨੂੰ ਦਰਵਾਜ਼ਿਆਂ ਦੀਆਂ ਕੰਧਾਂ ਦੀਆਂ ਦਰਾਰਾਂ ਵਿੱਚੋਂ ਝਾਕਣ ਦੀ ਆਦਤ। ਇੱਥੇ ਹਰ ਕਿਸੇ ਨੂੰ ਝੀਤਾਂ ਥਾਣੀ ਝਾਕਣ ਦੀ ਆਦਤ ਆ। ਦਰਵਾਜ਼ਾ ਖੋਲ ਦੋ ਤਾਂ ਕੋਈ ਹਾਲ ਵੀ ਨਹੀਂ ਪੁੱਛਣ ਆਉਂਦਾ। ਇਹ ਗੱਲ ਸੱਚੀ ਆ। ਇਹ ਨਾ ਅੱਡੀਆਂ ਚੱਕ ਕੇ ਦੂਜੇ ਦੇ ਘਰ ਦੇ ਵਿੱਚ ਕੀ ਹੁੰਦਾ ਜੀ, ਇਹ ਸਾਨੂੰ ਗੱਲਾਂ ਸਵਾਦ ਦਿੰਦੀਆਂ। ਕਿਹਦੀ ਜ਼ਿੰਦਗੀ ਦੇ ਵਿੱਚ ਕੀ ਚੱਲ ਰਿਹਾ, ਇਹ ਗੱਲਾਂ ਅਸੀਂ ਜਾਣ ਕੇ ਐ ਮਹਿਸੂਸ ਕਰਦੇ ਵੀ ਗੈਲੀਲੀਓ ਤੋਂ ਵੱਡੀ ਖੋਜ ਅਸੀਂ ਕਰ ਲਈ ਆ। ਇਹ ਆਇਨਸਟਾਈਨ ਸਾਡੇ ਮੂਹਰੇ ਛਿੱਥਾ ਫਿੱਕਾ, ਉਹ ਤਾਂ ਬੌਣਾ ਰਹਿ ਗਿਆ, ਅਸੀਂ ਨਵੀਂ ਖੋਜ ਕੱਢ ਲਈ ਆ। ਵੀ ਲੋੜ ਨਹੀਂ ਗੀ ਏਦਾਂ। ਜਿਹੜਾ ਰੁਝੇਵੇਂ ਵਾਲਾ ਬੰਦਾ, ਉਹਦਾ ਕੋਈ ਖਿਆਲ ਨਹੀਂ ਹੁੰਦਾ ਵੀ ਕੌਣ ਕੀ ਕਰਦਾ, ਕੌਣ ਨਹੀਂ ਕੀ ਨਹੀਂ ਕਰਦਾ। ਵਿਹਲੜ ਬੰਦਾ, ਉਹਦੇ ਦਿਮਾਗ ਦੇ ਵਿੱਚ ਫੁਰਨੇ ਆਉਂਦੇ ਵੀ ਇਹਨੇ ਐ ਕਰਤਾ ਹੋਣਾ, ਇਹਨੇ ਐ ਕਰਤਾ ਹੋਣਾ, ਇੱਧਰ ਐ ਹੋ ਗਿਆ ਹੋਣਾ, ਝੀਤਾਂ ਥਾਣੀ ਝਾਕਦੇ ਆ। ਮੈਂ ਨਾ ਇੱਕ ਵਾਰੀ ਕਿਤੇ ਗਿਆ, ਉਹ ਮੈਨੂੰ ਕਹਿੰਦਾ ਵੀ ਨਾ ਉਸ ਘਰ ਦੇ ਵਿੱਚ ਨਾ ਫਲਾਣੀ ਥਾਂ ਤੇ ਬੜਾ ਗੰਦ ਚੱਲਦਾ ਬਈ। ਅੱਛਾ ਜੀ। ਮੈਂ ਕਿਹਾ ਵੀ ਗੰਦ ਚੱਲਦਾ? ਕਹਿੰਦਾ ਵੀ ਫਲਾਣੀ ਗੱਲ ਏਦਾਂ। ਤੇ ਮੈਂ ਕਿਹਾ ਤੁਸੀਂ ਵੜੇਵੇਂ ਲੈਣ ਜਾਂਦੇ ਆ, ਤੁਸੀਂ ਵੇਹਨੇ ਕਾਹਤੋਂ ਆ? ਕਿਸੇ ਦੇ ਘਰ 'ਚ ਕੀ ਹੁੰਦਾ, ਕਿਉਂ ਹੁੰਦਾ? ਜੇ ਉਹੀ ਘਰ ਤੁਹਾਨੂੰ ਇਹ ਗੱਲ ਕਵੇ ਕਿ ਸਾਡੀ ਮਦਦ ਕਰੋ, ਸਾਨੂੰ ਕੋਈ ਲੋੜ ਆ, ਫਿਰ ਤੁਸੀਂ ਕਹਿਣਾ ਨਾ ਜੀ ਨਾ, ਆਪਣੀ ਬਈ ਆਪਾਂ ਤਾਂ ਔਖੇ ਆ, ਆਪਾਂ ਔਖੇ ਬਹੁਤ, ਆਪਦਾ ਮਸਾਂ ਸਰਦਾ, ਤੇ ਹੁਣ ਤੁਸੀਂ ਔਖੇ ਕਾਹਤੋਂ ਆ ਜੀ? ਉਹਨਾਂ ਦੇ ਘਰੇ ਕੀ ਹੁੰਦਾ ਤੁਸੀਂ ਕਿਉਂ ਜਾਣਦੇ ਆ? ਉਹ ਆਪੇ ਜੇ ਚੰਗਾ ਕਰਨਗੇ ਚੰਗਾ ਹੋ ਜਾਊਗਾ, ਮਾੜਾ ਕਰਨਗੇ ਮਾੜਾ ਹੋ ਜਾਊਗਾ, ਆਪਾਂ ਵਿੱਚੋਂ ਕੀ ਲੈਣਾ? ਬਿਲਕੁਲ ਸਹੀ ਹੈ। ਜਦੋਂ ਕਿਸੇ ਨੂੰ ਲੋੜ ਹੈ ਤਾਂ ਉਹਦੀ ਮਦਦ ਦੇ ਲਈ ਜ਼ਰੂਰ ਖੜੋ, ਪਰ ਐਵੇਂ ਨਜਾਇਜ਼ ਕਿਸੇ ਦੇ ਘਰੇ ਝਾਤੀਆਂ ਮਾਰਨੀਆਂ, ਕਿਸੇ ਦੇ ਘਰ 'ਚ ਕੀ ਹੋ ਰਿਹਾ, ਕੌਣ ਕਿਹਦੇ ਨਾਲ ਲੜਦਾ ਹੈ, ਕੌਣ ਕਿਹਦੇ ਨਾਲ ਨਹੀਂ ਲੜਦਾ, ਕੌਣ ਕਿਵੇਂ ਆ, ਇਹਨਾਂ ਗੱਲਾਂ ਦੇ ਵਿੱਚ ਕੋਈ ਵੀ ਦਿਲਚਸਪੀ ਨਹੀਂ ਰੱਖਣੀ ਚਾਹੀਦੀ। ਬਿਲਕੁਲ ਸਹੀ ਗੱਲ ਜੀ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ। ਹਰਮਨ ਜੀ, ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਤੇ 30 ਤਰੀਕ ਤੱਕ ਚੱਲਣਾ, ਤੇ ਮੈਂ ਬੜਾ ਨਿਰਪੱਖ ਹੋ ਕੇ ਗੱਲ ਕਹਿਣਾ
ਵੀ ਇਸ ਵਿਧਾਨ ਸਭਾ ਦੇ ਵਿੱਚ ਨਾ ਇਸ ਸੈਸ਼ਨ ਦੇ ਵਿੱਚ ਸਿਰਫ ਤੇ ਸਿਰਫ ਉਲਾਂਭੇ ਚੱਲ ਰਹੇ ਆ ਜੀ। ਇੱਕ ਧਿਰ ਇਹ ਗੱਲ ਕਹਿੰਦੀ ਹੈ ਵੀ ਦੇਖੋ ਤੁਹਾਡਾ ਕਿੰਨਾ ਮਾੜਾ ਹੋਇਆ ਸੰਗਰੂਰ ਦੇ ਵਿੱਚ, ਦੂਜੇ ਕਹਿੰਦੇ ਲੈ ਤੁਹਾਡਾ ਕਿਹੜਾ ਚੰਗਾ ਹੋਇਆ ਸੰਗਰੂਰ ਦੇ ਵਿੱਚ। ਵੀ ਇਦਾਂ ਨਾ ਇੱਕ ਦੂਜੇ ਨੂੰ ਆਰਜੀ ਲਾਉਣ ਵਾਲੀਆਂ ਗੱਲਾਂ, ਇੱਕ ਦੂਜੇ ਨੂੰ ਛਿੱਥਾ ਜਾ ਪਾਉਣ ਵਾਲੀਆਂ ਗੱਲਾਂ, ਇੱਕ ਦੂਜੇ ਨੂੰ ਮਿਹਣੇ ਚ ਦੇਣ ਵਾਲੀਆਂ ਗੱਲਾਂ ਚੱਲਦੀਆਂ, ਜਦ ਕਿ ਪੰਜਾਬ ਦੇ ਮੁੱਦੇ ਬਹੁਤ ਵੱਡੇ ਆ। ਉਹਨਾਂ ਮੁੱਦਿਆਂ ਦੇ ਬਾਬਤ ਕਿਉਂ ਨਹੀਂ ਗੱਲ ਕਰਦੇਗੇ? ਦੇਖੋ ਜਿਹੜੇ ਹਾਰ ਗਏ ਸੰਗਰੂਰ ਦੇ ਵਿੱਚ ਹਾਰ ਗਏ, ਜਿਹਨੇ ਜਿੱਤਣਾ ਸੀ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਜਿੱਤ ਗਏ, ਪਰ ਉਸ ਤੋਂ ਬਾਅਦ ਜੇਕਰ ਇਹ ਗੱਲ ਚਲੀ ਜਾਵੇ ਜਦੋਂ ਅਸੀਂ ਸੀ ਉਦੋਂ ਤਾਂ ਐਂ ਕਰਦੇ ਸੀ, ਤੁਸੀਂ ਐਂ ਨਹੀਂ ਕੀਤਾ, ਉਹ ਕਹਿੰਦੇ ਲੈ ਤੁਸੀਂ ਜੇ ਕੁਛ ਕੀਤਾ ਹੁੰਦਾ ਸਾਨੂੰ ਕਦੋਂ ਮੌਕਾ ਮਿਲਦਾ। ਸੋ ਇਦਾਂ ਦੀਆਂ ਗੱਲਾਂ ਚੱਲੀ ਜਾਂਦੀਆਂ। ਯਾਰ ਥੋੜਾ ਜਿਹਾ ਆਪਾਂ ਇਹ ਸਵਾਦਲੀਆਂ ਜਿਹੀਆਂ ਗੱਲਾਂ ਤੋਂ ਉੱਪਰ ਉੱਠ ਕੇ ਪੰਜਾਬ ਦੇ ਅਸਲ ਮੁੱਦਿਆਂ ਦੇ ਉੱਤੇ ਚਰਚਾ ਕਰੀਏ। ਟਾਣਾ ਸਾਹਿਬ ਇਹ ਗੱਲ ਕਹਿੰਦੇ ਆ ਬੜਾ ਮਾੜਾ ਲੱਗ ਰਿਹਾ, ਪਰ ਇਹ ਸੱਚ ਹੈ ਕਿ ਐਂ ਲੱਗਦਾ ਕਿ ਜਿਵੇਂ ਨਾ ਉਹ ਮਹੱਲੇਦਾਰੀ ਜੀ ਨਹੀਂ ਹੁੰਦੀ, ਵੀ ਮਹੱਲਿਆਂ ਦੇ ਵਿੱਚ ਆਂਢ ਗੁਆਂਢ ਜਦੋਂ ਆਪਸ ਦੇ ਵਿੱਚ ਮਿਹਣਿਓ ਮਿਹਣੀ ਹੁੰਦਾ ਵੀ ਤੁਹਾਡੇ ਘਰੇ ਤਾਂ ਐ ਆ, ਤੁਹਾਡਾ ਮੁੰਡਾ ਤਾਂ ਐ ਆ, ਤੁਹਾਡੀ ਕੁੜੀ ਤਾਂ ਐ ਆ, ਤੁਸੀਂ ਤਾਂ ਐ ਕੰਮ ਕਰਦੇ ਹੋ, ਤੁਸੀਂ ਤਾਂ ਕਦੇ ਵੇਲੇ ਸਿਰ ਨਹੀਂ ਜਾਂਦੇ ਆਉਂਦੇ, ਇਹ ਹੈ ਉਹ ਹੈ ਹਨਾ। ਵੀ ਉਹ ਵਾਲਾ ਕੰਮ ਜਿਹੜਾ ਉਹ ਇਸ ਵਾਰ ਸੈਸ਼ਨ ਦੇ ਵਿੱਚ ਵੇਖਣ ਨੂੰ ਮਿਲ ਰਿਹਾ, ਉਹ ਉਹਨਾਂ ਨੂੰ ਕਹੀ ਜਾਂਦੇ, ਉਹਨਾਂ ਨੂੰ ਕਹੀ ਜਾਂਦੇ, ਜਦ ਕਿ ਲੋਕਾਂ ਨੇ ਮਿਹਣਿਓ ਮਿਹਣੀ ਹੁੰਦੇ ਥੋੜੀ ਵੇਖਣੇ ਸੀ। ਲੋਕੀ ਇਹ ਥੋੜੀ ਸੁਣਨਾ ਚਾਹੁੰਦੇ ਕੌਣ ਹਾਰ ਗਿਆ ਕੌਣ ਜਿੱਤ ਗਿਆ। ਸਾਰਿਆਂ ਨੇ ਵੇਖ ਲਿਆ ਕੌਣ ਹਾਰ ਗਿਆ ਕੌਣ ਜਿੱਤ ਗਿਆ, ਇਹ ਲੋਕਾਂ ਨੂੰ ਪਤਾ ਹੈ। ਕਿਹਦੀ ਹਰਮਨ ਪਿਆਰਤਾ ਘਟ ਗਈ ਤੇ ਕਿਹਦੀ ਵਧ ਗਈ, ਇਹਦੇ ਬਾਰੇ ਵੀ ਪਤਾ ਜੀ। ਤੇ ਤੁਸੀਂ ਮੁੱਦਿਆਂ ਦੀ ਗੱਲ ਕਰੋ ਭਾਈ, ਵੀ ਆਹ ਮੁੱਦਾ ਹੈ, ਇਹਦਾ ਹੱਲ ਕੀ ਸੋਚਦੇ ਹੋ, ਆਹ ਹੱਲ ਹੁਣ ਤਾਈਂ ਕਿਉਂ ਨਹੀਂ ਹੋਇਆ, ਇਹ ਮੁੱਦੇ ਜਿਹੜੇ ਲੋਕਾਂ ਨੂੰ ਪਰੇਸ਼ਾਨ ਕਰ ਰਹੇ, ਇਹਦਾ ਢੁਕਵਾਂ ਹੱਲ ਹੋਣਾ ਚਾਹੀਦਾ। ਉਹਨੇ ਉਹਨੂੰ ਚੁੱਪ ਕਰਾ ਦਿੱਤਾ, ਉਹਨੇ ਉਹਨੂੰ ਸਿੱਧੀਆਂ ਸੁਣਾਈਆਂ, ਬਸ ਆਹ ਗੱਲਾਂ ਫਿਲਹਾਲ ਤਾਂ। ਬਾਕੀ ਇਹ ਵੀ ਅਸਲ ਮੁੱਦੇ ਬਹੁਤ ਵੱਡੇ ਵੱਡੇ ਆ, ਕਿਰਪਾ ਕਰਕੇ ਉਹਨਾਂ ਦੇ ਵੱਲ ਵੀ ਖਿਆਲ ਕੀਤਾ ਜਾਵੇ। ਸਾਡੇ ਸਤਿਕਾਰਯੋਗ ਜਿਹੜੇ ਵਿਧਾਨ ਸਭਾ ਦੇ ਮੈਂਬਰ ਆ, ਉਹਨਾਂ ਸਾਰਿਆਂ ਨੂੰ ਹੀ, ਸਾਰੀਆਂ ਹੀ ਪਾਰਟੀਆਂ ਵਾਲਿਆਂ ਨੂੰ ਬੇਨਤੀ ਆ। ਪਰ ਭਗਵੰਤ ਮਾਨ ਹੋਰਾਂ ਨੇ ਇਹ ਗੱਲ ਕਹੀ ਆ ਵੀ ਜੋ ਅਗਨੀਪਥ ਯੋਜਨਾ ਨਾ, ਉਹਦੇ ਖਿਲਾਫ ਅਸੀਂ ਪ੍ਰਸਤਾਵ ਲੈ ਕੇ ਆਵਾਂਗੇ ਵਿਧਾਨ ਸਭਾ ਦੇ ਵਿੱਚ। ਇਹ ਮੁੱਦਾ ਚੁੱਕਿਆ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ, ਉਹਨਾਂ ਨੇ ਇਹ ਗੱਲ ਕਹੀ ਹੈ ਵੀ ਅਗਨੀਪਥ ਸਕੀਮ ਆ ਜਿਹੜੀ, ਉਹਦੇ ਬਾਰੇ ਦੱਸੋ ਵੀ ਤੁਹਾਡਾ ਕੀ ਵਿਚਾਰ ਆ। ਅਗਨੀਪਥ ਸਕੀਮ ਭਾਰਤ ਦੇ ਨੌਜਵਾਨ ਵਰਗ ਦੇ ਹੱਕਾਂ ਦੇ ਉੱਤੇ, ਹਿੱਤਾਂ ਦੇ ਉੱਤੇ ਡਾਕਾ ਮਾਰਨ ਵਾਲੀ ਗੱਲ ਆ। ਉਹਨਾਂ ਨੂੰ ਜਵਾਨੀ ਦੀ ਅਵਸਥਾ ਦੇ ਪਹਿਲੇ ਪਹਿਰ ਦੇ ਵਿੱਚ ਹੀ ਰਿਟਾਇਰ ਕਰਨ ਵਾਲੀ ਗੱਲ ਆ। ਤੇ ਭਗਵੰਤ ਮਾਨ ਨੇ ਵੀ ਇਹ ਗੱਲ ਕਹੀ ਆ, ਉਹ ਕਹਿੰਦੇ ਵੀ 17.5 ਸਾਲ ਦੀ ਉਮਰ ਦੇ ਵਿੱਚ ਬੰਦਾ ਭਰਤੀ ਹੋਇਆ ਤੇ 21 ਸਾਲ ਦੀ ਉਮਰ ਦੇ ਵਿੱਚ ਰਿਟਾਇਰ ਹੋ ਗਿਆ, ਤੇ ਉਹ ਤਾਂ ਸੇਵਾ ਮੁਕਤ ਵੀ ਨਹੀਂ ਖਵਾਊਗਾ, ਕੰਟੀਨ ਦੇ ਵਿੱਚੋਂ ਉਹਨੂੰ ਕੁਝ ਮਿਲਣਾ ਨਹੀਂਗਾ, ਤੇ ਨਾ ਉਹ ਸੇਵਾ ਮੁਕਤ ਆ ਤੇ ਨਾ ਉਹਨੂੰ ਕੁਝ ਹੋਰ ਮਿਲਣਾ, ਤੇ ਬੰਦਾ ਜਾਊ ਤਾਂ ਜਾਊ ਕਿੱਥੇ। ਸੋ ਇਹ ਗੱਲ ਆ ਜਿਹੜੀ ਉਹਨਾਂ ਨੇ ਕਿਹਾ ਜੀ ਕਿ ਵਿਧਾਨ ਸਭਾ ਦੇ ਵਿੱਚ ਜਿਹੜੀ ਪ੍ਰਸਤਾਵ ਲੈ ਕੇ ਆਵਾਂਗੇ ਖਿਲਾਫ ਇਹਦੇ। ਤੇ ਫਿਰ ਸੁਖਪਾਲ ਸਿੰਘ ਖਹਿਰਾ ਨੇ ਮੁੱਦਾ ਚੁੱਕਿਆ SYL ਗੀਤ YouTube ਦੇ ਉੱਤੇ ਭਾਰਤ 'ਚ ਬੈਨ ਹੋਣ ਦਾ। ਭਗਵੰਤ ਮਾਨ ਨੇ ਗੱਲ ਕਹੀ ਹੈ ਵੀ ਇਹਦੇ ਉੱਤੇ ਵੀ ਅਸੀਂ ਆਉਂਦੇ ਸਮੇਂ ਦੇ ਵਿੱਚ ਪ੍ਰਸਤਾਵ ਲੈ ਕੇ ਆਵਾਂਗੇ। ਇਹ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦੇ ਉੱਤੇ ਸੱਟ ਮਾਰਨ ਵਾਲੀ ਗੱਲ ਹੈ। ਯਾਨੀ ਕਿ ਭਗਵੰਤ ਮਾਨ ਨੇ ਗੱਲ ਕਹੀ ਹੈ ਕਿ ਗੀਤ ਸੰਗੀਤ ਹੋਵੇ ਜਾਂ ਤੁਹਾਡਾ ਭਾਸ਼ਣ ਆ ਜਾਂ ਤੁਹਾਡੇ ਵਿਚਾਰ ਪ੍ਰਗਟਾਵੇ ਆ, ਉਹਦੇ ਉੱਤੇ ਕੋਈ ਪਾਬੰਦੀ ਨਹੀਂ ਹੋਣੀ ਚਾਹੀਦੀ, ਪਰ ਜਿਹੜੀ ਪਾਬੰਦੀ ਲਾਈ ਆ ਇਹ ਗਲਤ ਗੱਲ ਹੈਗੀ ਆ। ਜੀ ਦੇਖੋ ਮੁੱਦਿਆਂ ਦੀ ਗੱਲ ਹੋਵੇ, ਅਸੀਂ ਤਾਂ ਇਹੀ ਚਾਹੁੰਦੇ ਆ ਹਨਾ, ਵਾਕਈ ਜਿਹੜੇ ਅਸਲ ਮੁੱਦੇ ਨੇ ਲੋਕਾਂ ਦੇ, ਉਹਦੇ ਬਾਰੇ ਚ ਸਰਕਾਰ ਨੂੰ ਵੀ ਗੱਲ ਕਰਨੀ ਚਾਹੀਦੀ ਹੈ, ਵਿਰੋਧੀ ਧਿਰ ਨੂੰ ਵੀ ਉਸ ਬਾਬਤ ਹੀ ਟਿੱਪਣੀ ਕਰਨੀ ਚਾਹੀਦੀ ਹੈ, ਉਹਨਾਂ ਮੁੱਦਿਆਂ ਨੂੰ ਹੀ ਚੁੱਕਣਾ ਚਾਹੀਦਾ ਵੀ ਦੱਸੋ ਭਾਈ ਇਹਨਾਂ ਮੁੱਦਿਆਂ ਤੇ ਤੁਹਾਡੇ ਕੀ ਕੀ ਵਿਚਾਰ ਨੇ ਹਨਾ। ਪਰ ਜੇ ਮੇਣਿਓ ਮੇਣੀ ਹੁੰਦੇ ਰਵਾਂਗੇ, ਇਹਦੇ ਨਾਲ ਸਿਰਫ ਤੇ ਸਿਰਫ ਲੋਕਾਂ ਦਾ ਪੈਸਾ ਖਰਾਬ ਹੋ ਰਿਹਾ ਹੈ, ਸਿਰਫ ਤੇ ਸਿਰਫ ਸਮਾਂ ਖਰਾਬ ਹੋ ਰਿਹਾ, ਹੋਰ ਕੁਝ ਨਹੀਂ ਲੱਭ ਰਿਹਾ। ਸਭ ਤੇ ਉਧਰ ਜਿਹੜੇ ਕਿਸਾਨ ਅੰਦੋਲਨ ਦੇ ਨਾਲ ਸੰਬੰਧਿਤ 2 ਟਵਿੱਟਰ ਅਕਾਊਂਟ ਆ, ਉਹ ਵੀ ਪਾਬੰਦੀਸ਼ੁਦਾ ਬਣ ਗਏ ਆ, ਭਾਰਤ ਦੇ ਵਿੱਚ ਬੈਨ ਲੱਗ ਗਿਆ। ਇੱਕ ਸੀਗਾ ਟਰੈਕਟਰ ਟੂ ਟਵਿੱਟਰ ਤੇ ਦੂਜਾ ਸੀਗਾ ਕਿਸਾਨ ਏਕਤਾ। ਇਹਨਾਂ ਦੋਹਾਂ ਦੇ ਉੱਤੇ ਭਾਰਤ ਦੇ ਵਿੱਚ ਪਾਬੰਦੀ ਲੱਗੀ ਹੈ, ਤੇ ਇਹ ਵੀ ਮੁੱਦਾ ਵਿਧਾਨ ਸਭਾ ਦੇ ਵਿੱਚ ਗੂੰਜਿਆ। ਤੇ ਉਹ ਕਹਿੰਦੇ ਵੀ ਅਸੀਂ ਜੋ ਸਰਕਾਰ ਦੇ ਵੱਲੋਂ ਇਸ ਵਕਤ ਲਿਖ ਕੇ ਬੋਲ ਕੇ ਵਿਚਾਰ ਪ੍ਰਗਟਾਵੇ ਦੇ ਉੱਤੇ ਸੰਨ ਲਾਈ ਜਾ ਰਹੀ ਹੈ, ਸੱਟ ਮਾਰੀ ਜਾ ਰਹੀ ਹੈ, ਇਹਦੇ ਖਿਲਾਫ ਪ੍ਰਸਤਾਵ ਲੈ ਕੇ ਆਵਾਂਗੇ। ਪਰ ਜਿਹੜੇ BJP ਦੇ ਪੰਜਾਬ ਵਿਧਾਨ ਸਭਾ ਦੇ ਮੈਂਬਰ ਨੇ ਅਸ਼ਵਨੀ ਸ਼ਰਮਾ ਸਾਹਿਬ, ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਸਿਰਫ ਵਿਰੋਧੀ ਰੂਪ ਦੇ ਵਿੱਚ ਹੋਣ ਦੇ ਕਰਕੇ, BJP ਦੇ ਖਿਲਾਫ ਹੋਣ ਦੇ ਕਰਕੇ ਗੱਲ ਕੀਤੀ ਜਾ ਰਹੀ ਹੈ, ਜਦ ਕਿ ਜਵਾਨੀ ਨੂੰ ਇੱਕ ਬਹੁਤ ਵੱਡਾ ਸੁਨਹਿਰੀ ਮੌਕਾ ਮਿਲਣ ਜਾ ਰਿਹਾ। ਇਹ ਅਗਨੀਪਥ ਸਕੀਮ, ਅਗਨੀਪਥ ਯੋਜਨਾ ਬਹੁਤ ਵਧੀਆ, ਇਹਦੇ ਨਾਲ ਜਵਾਨੀ ਨੂੰ ਫਾਇਦਾ ਹੀ ਹੋਊਗਾ, ਇਹਦੇ ਨਾਲ ਜਵਾਨੀ ਮੁੱਖ ਧਾਰਾ ਦੇ ਵਿੱਚ ਆਊਗੀ, ਦੇਸ਼ ਦੇ ਵਿੱਚ ਜਵਾਨੀ ਆ ਜਿਹੜੀ ਉਹ ਇਨਕਲਾਬ ਦੀ ਧਾਰਨੀ ਬਣੂਗੀ, ਦੇਸ਼ ਦੇ ਲਈ ਜਜ਼ਬਾ ਪੈਦਾ ਹੋਊਗਾ। ਉਹ ਕਹਿੰਦੇ ਵੀ ਵਿਰੋਧ ਕਰਨ ਵਾਲੀ ਗੱਲ ਕੋਈ ਨਹੀਂ, ਸਾਰਾ ਕੁਝ ਸੋਚ ਸਮਝ ਕੇ ਕੀਤਾ ਗਿਆ। ਪਰ ਗੱਲ ਇਹ ਹੈ ਟਾਣਾ ਸਾਹਿਬ, ਚਲੋ ਆਪਾਂ ਪਾਰਟੀਬਾਜ਼ੀ ਤੋਂ ਉੱਪਰ ਵੀ ਉੱਠ ਜਾਂਦੇ ਆ ਹਨਾ, ਜਿਵੇਂ ਅਸ਼ਵਨੀ ਸ਼ਰਮਾ ਹੋਰੀ ਕਹਿੰਦੇ ਕਿ ਵਿਰੋਧੀ ਰੂਪ ਦੇ ਵਿੱਚ ਬੈਠੇ ਨੇ ਤਾਂ ਕਰਕੇ ਉਹ ਵਿਰੋਧ ਕਰ ਰਹੇ ਨੇ। ਆਪਾਂ ਆਮ ਲੋਕਾਂ ਦੀ ਗੱਲ ਕਰ ਲੈਂਦੇ ਆ, ਆਮ ਲੋਕ ਵੀ ਕਿਹੜਾ ਇਹਦੇ ਹੱਕ ਦੇ ਵਿੱਚ ਨੇ, ਆਮ ਲੋਕ ਵੀ ਤਾਂ ਇਹਦੇ ਖਿਲਾਫ ਕਿਤੇ ਪ੍ਰਦਰਸ਼ਨ ਹੋ ਰਿਹਾ, ਕਿਤੇ ਕੁਝ ਹੋ ਰਿਹਾ, ਕਿਤੇ ਕੁਝ। ਸਾਰੇ ਭਾਰਤ ਦੇ ਵਿੱਚ ਕੁਝ ਨਾ ਕੁਝ ਇਸ ਯੋਜਨਾ ਦੇ ਖਿਲਾਫ ਹੋ ਰਿਹਾ ਹੈ, ਤੇ ਆਮ ਲੋਕ ਥੋੜੀ ਪਾਰਟੀਬਾਜ਼ੀ ਦਾ ਕਰਕੇ ਕਰ ਰਹੇ ਨੇ। ਰਾਜਪਾਲ ਸਾਹਿਬ ਜਿਹੜੇ ਸਤਿਆਪਾਲ ਮਲਿਕ, ਉਹਨਾਂ ਨੇ ਇਹ ਗੱਲ ਕਹੀ ਹੈ ਵੀ ਜਦੋਂ ਬੰਦਾ ਰਿਟਾਇਰ ਹੋ ਜਾ ਕਰੂਗਾ ਨਾ, ਉਹਦਾ ਵਿਆਹ ਵੀ ਨਹੀਂ ਹੋਇਆ ਕਰਨਾ, ਕਿਉਂਕਿ ਕੀ ਕਿਹਾ ਕਰੂ
ਵੀ ਜਿਹੜਾ ਪਾਪਾ ਉਹ ਤਾਂ ਇਸ ਵੇਲੇ ਨੌਕਰੀ ਤੇ ਜਾਂਦਾ ਤੇ ਮੁੰਡਾ ਸੇਵਾ ਮੁਕਤ ਵੀ ਹੋ ਗਿਆ। ਸੋ ਉਹ ਕਹਿੰਦੇ ਵੀ ਇਸ ਵਕਤ ਸੋਚਣ ਦੀ ਲੋੜ ਆ ਵੀ ਭਾਈ ਇਹ ਸਾਰੇ ਫੈਸਲੇ ਕਿਉਂ ਕਿਹੜੇ ਕਾਰਨਾਂ ਕਰਕੇ ਲੈ ਜਾ ਰਹੇ। ਨਾਲੇ ਗੱਲ ਇਹ ਹੈ ਨਾ, ਮੁੱਦਾ ਇਹ ਨਹੀਂ ਹੈ ਕਿ 4 ਸਾਲ ਦੀ ਹੀ ਨੌਕਰੀ ਹੈ, ਚਲੋ ਮੰਨ ਲਿਆ 4 ਸਾਲ ਦੀ ਤੁਸੀਂ ਨੌਕਰੀ ਦੇ ਰਹੇ ਹੋ, ਰਿਟਾਇਰਮੈਂਟ ਤੋਂ ਬਾਅਦ ਕੀ ਭਵਿੱਖ ਆ ਉਹਨਾਂ ਦਾ, ਉਸ ਤੋਂ ਬਾਅਦ ਵਿੱਚ ਕੋਈ ਪੈਨਸ਼ਨ ਨਹੀਂ ਹੈ, ਕੋਈ ਭਵਿੱਖ ਨਹੀਂ ਹੈ, ਉਹਦੇ ਬਾਰੇ ਉਦੋਂ ਰੋਟੀ ਨਹੀਂ ਖਾਣੀ ਉਹਨਾਂ ਨੇ, ਸਿਰਫ 4 ਸਾਲ ਹੀ ਜ਼ਿੰਦਗੀ ਦੀ ਰੋਟੀ ਖਾਣੀ ਹੈ। ਉਸ ਤੋਂ ਬਾਅਦ ਵੀ ਤਾਂ ਦੁਬਾਰਾ ਤੋਂ ਜਿੱਥੇ 17.5 ਸਾਲ ਦੀ ਉਮਰ ਦੇ ਵਿੱਚ ਉਹ ਬੰਦਾ ਖੜਾ ਸੀ, 21.5 ਸਾਲਾਂ ਤੋਂ ਬਾਅਦ ਫਿਰ ਉੱਥੇ ਆ ਕੇ ਖੜਾ ਹੋ ਗਿਆ ਵੀ ਨਵੇਂ ਸਿਰੋਂ ਨੌਕਰੀ ਲੱਭੋ ਤੇ ਫਿਰ ਆਪਣੀ ਜਿਹੜੀ ਰੋਜ਼ੀ ਰੋਟੀਆਂ ਨੂੰ ਅੱਗੇ ਤੋਰੋ, ਹੈ ਨਾ। ਇਸ ਲਈ ਸਰਕਾਰ ਨੂੰ ਕੁਝ ਨਾ ਕੁਝ ਸੋਚਣਾ ਚਾਹੀਦਾ। ਨੌਜਵਾਨ ਵਰਗ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਹੈ ਔਰ ਹਰ ਪਾਸੇ ਇਸ ਚੀਜ਼ ਦੀ ਚਰਚਾ ਹੁੰਦੀ ਪਈ ਹੈ। ਬਿਲਕੁਲ। ਤੇ ਇੱਕ ਗੱਲ ਮੈਂ ਹੋਰ ਦੱਸ ਦਿਆਂ, ਸਿੱਧੂ ਮੂਸੇਵਾਲਾ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ SYL ਦੇ ਉੱਤੇ ਪਾਬੰਦੀ ਲਾਉਣ ਦੇ ਕਰਕੇ, ਬੈਨ ਕਰਨ ਦੇ ਕਰਕੇ ਭਾਰਤ ਦੇ ਵਿੱਚ ਇਤਰਾਜ਼ ਜ਼ਾਹਰ ਕੀਤਾ ਗਿਆ। ਉਹਨਾਂ ਨੇ ਕਿਹਾ ਜੀ ਕਿ ਨਾ ਸਾਨੂੰ ਕੋਈ ਨੋਟਿਸ ਆਇਆ, ਨਾ ਸਾਨੂੰ ਕੋਈ ਅਗਾਊਂ ਸੂਚਨਾ ਦਿੱਤੀ ਗਈ ਹੈ, ਇੰਨਾ ਮਕਬੂਲ ਗੀਤ ਹੋਇਆ ਤੇ ਸਰਕਾਰ ਦੇ ਵੱਲੋਂ ਗਲਤ ਕੁਝ ਕੀਤਾ ਗਿਆ, ਇਹਦਾ ਕਰਨਾ ਨਹੀਂ ਸੀ ਚਾਹੀਦਾ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ। ਹਰਮਨ ਜੀ, ਆਪਾਂ ਕਈ ਵਾਰ ਗੱਲ ਕੀਤੀ ਵੀ ਸੰਗਰੂਰ ਦੀ ਚੋਣ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦਿਸੇ ਹੀ ਨਹੀਂ। ਹਾਂਜੀ, ਗਏ ਕਿੱਥੇ ਜੀ? ਉਹਨਾਂ ਦਾ ਬਿਆਨ ਵੀ ਨਹੀਂ ਸੀ ਉਹਨਾਂ ਦੇ ਕੋਈ ਵੀ ਸਾਹਮਣੇ ਆ ਰਹੇ। ਹਰ ਬੰਦਾ ਇਹ ਪੁੱਛ ਰਿਹਾ ਸੀ ਕੈਪਟਨ ਸਾਹਿਬ ਕਿੱਥੇ ਗਏ, ਕੈਪਟਨ ਸਾਹਿਬ ਕਿੱਥੇ ਗਏ। ਹੁਣ ਪਤਾ ਲੱਗ ਗਿਆ ਜੀ, ਸਭ ਨੂੰ ਪਤਾ ਲੱਗ ਗਿਆ ਵੀ ਕਿੱਥੇ ਗਏ ਸੀ। ਉਹ ਇੰਗਲੈਂਡ ਗਏ ਸੀ। ਹਾਂਜੀ, ਇੰਗਲੈਂਡ ਦੇ ਵਿੱਚ ਉਹਨਾਂ ਨੇ ਆਪਣੀ ਸਿਹਤ ਠੀਕ ਕਰਵਾਈ ਆ। ਉਹਨਾਂ ਦੀ ਰੀੜ੍ਹ ਦੀ ਹੱਡੀ ਦੇ ਵਿੱਚ ਸਮੱਸਿਆ ਆ ਗਈ ਸੀ ਜੀ। ਕਿਸੇ ਦੀ ਵੀ ਸਮੱਸਿਆ ਆ ਸਕਦੀ ਆ, ਸਾਰੇ ਲੋਕ ਤੰਦਰੁਸਤ ਰਹਿਣ, ਭਾਵੇਂ ਕਿਸੇ ਵੀ ਪਾਰਟੀ ਦਾ ਤੇ ਭਾਵੇਂ ਕਿਤੋਂ ਦਾ ਵੀ ਵੋਟਰ ਹੈਗਾ। ਬਿਲਕੁਲ। ਸੋ ਉਹਨਾਂ ਨੇ ਹੁਣ ਰੀੜ੍ਹ ਦੀ ਹੱਡੀ ਦਾ ਆਪਰੇਸ਼ਨ ਕਰਵਾਇਆ ਇੰਗਲੈਂਡ ਦੇ ਵਿੱਚ, ਸਫਲ ਆਪਰੇਸ਼ਨ ਹੋਇਆ। ਹਸਪਤਾਲ ਦੇ ਵਿੱਚੋਂ ਉਹ ਬਾਹਰ ਨਿਕਲ ਰਹੇ ਆ। ਉਹਨਾਂ ਦੇ ਹੱਥ ਦੇ ਵਿੱਚ ਖੂੰਡੀ ਫੜੀ ਆ ਜਾਂ ਹਾਕੀ ਫੜੀ ਆ, ਪਤਾ ਨਹੀਂ, ਪਰ ਕਹਿੰਦੇ ਵੀ ਹੁਣ ਠੀਕ ਆ, ਉਹ ਗੁੱਡ ਫੀਲ ਕਰ ਰਹੇ ਆ। ਸੋਹਣੀ ਗੱਲ ਹੈ, ਹਰ ਇੱਕ ਬੰਦਾ ਤੰਦਰੁਸਤ ਰਵੇ, ਹਰ ਇੱਕ ਬੰਦਾ ਗੁੱਡ ਫੀਲ ਕਰੇ, ਅਸੀਂ ਇਹ ਚਾਹੁੰਦੇ ਆ। ਪਰ ਨਾ ਛੋਟੀਆਂ-ਛੋਟੀਆਂ ਗੱਲਾਂ ਜ਼ਹਿਨ ਦੇ ਵਿੱਚ ਆ ਜਾਂਦੀਆਂ ਹੁੰਦੀਆਂ ਟਾਣਾ ਸਾਹਿਬ, ਜਦੋਂ ਇਹੋ ਜਿਹੀਆਂ ਕੋਈ ਵੀ ਖਬਰਾਂ ਜਿਹੜੀਆਂ ਵੱਡੇ-ਵੱਡੇ ਲੀਡਰਾਂ ਨਾਲ, ਵੱਡੇ-ਵੱਡੇ ਬੰਦਿਆਂ ਨਾਲ ਜੁੜੀਆਂ ਹੋਈਆਂ ਵੇਖੀਏ ਤਾਂ ਜ਼ਹਿਨ ਦੇ ਵਿੱਚ ਕਈ ਸਵਾਲ ਆਉਂਦੇ ਨੇ। ਉਹਦੇ ਚੋਂ ਸਭ ਤੋਂ ਪਹਿਲਾਂ ਤਾਂ ਇਹ ਸਵਾਲ ਆਇਆ ਵੀ ਜਦੋਂ ਵੀ ਕੋਈ ਮੰਤਰੀ ਸੰਤਰੀ, ਕੋਈ ਸਾਬਕਾ ਮੌਜੂਦਾ, ਕੋਈ ਲੀਡਰ, ਕੋਈ ਵੀ ਹੋਵੇ, ਹੈ ਨਾ, ਉਹ ਤਾਂ ਆਪਣਾ ਇਲਾਜ ਕਰਾਉਣ ਦੇ ਲਈ ਫੱਟ ਵਿਦੇਸ਼ੀ ਧਰਤੀ ਦੇ ਵੱਲ ਨੂੰ ਚੱਲ ਜਾਂਦੇ, ਕੋਈ ਅਮਰੀਕਾ ਚੱਲ ਜਾਂਦਾ, ਕੋਈ ਇੰਗਲੈਂਡ ਚੱਲ ਜਾਂਦਾ, ਕੋਈ ਕੈਨੇਡਾ ਚੱਲ ਜਾਂਦਾ ਹੈ। ਪਰ ਜਦੋਂ ਆਮ ਲੋਕਾਂ ਦੀ ਗੱਲ ਆਉਂਦੀ, ਆਮ ਬੰਦਾ ਕਿੱਥੇ ਜਾਵੇ? ਆਮ ਬੰਦੇ ਦੇ ਲਈ ਪਤਾ ਨਹੀਂ ਕਦੋਂ ਯੋਜਨਾਵਾਂ ਅਸਲ ਅਰਥਾਂ ਦੇ ਵਿੱਚ ਬਣਨੀਆਂ ਜੀ। ਅਸੀਂ ਚਾਹੁੰਦੇ ਜੀ ਕਿ ਕੈਪਟਨ ਸਾਹਿਬ ਤੰਦਰੁਸਤ ਰਹਿਣ, ਅਸੀਂ ਸਭ ਦੀ ਸੁੱਖ ਸਾਂਦ ਮੰਗਦੇ ਹਾਂ। ਪਰ 9.5 ਸਾਲ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਰਹੇ ਆ। 4.5 ਸਾਲ ਦੇ ਕਰੀਬ ਸਮਾਂ ਹੁਣ ਤੇ 5 ਸਾਲ ਇਸ ਤੋਂ ਪਹਿਲਾਂ 9.5 ਵਰਿਆਂ ਦੇ ਵਿੱਚ ਕੀ ਪੰਜਾਬ ਦੇ ਵਿੱਚ ਇੱਕ ਵੀ ਹਸਪਤਾਲ ਇਸ ਕਾਬਲ ਨਹੀਂ ਸਰਕਾਰੀ ਬਣਵਾਇਆ ਜਾ ਸਕਿਆ ਵੀ ਇੱਥੇ ਆਪਰੇਸ਼ਨ ਹੋ ਜੇ। ਇੱਥੇ ਪੰਜਾਬ ਦੇ ਵਿੱਚ ਕਈ ਵਾਰੀ ਮੁੱਖ ਮੰਤਰੀ ਰਹੇ ਲੋਕ ਆ ਜਿਹੜੇ, ਉਹ ਜਾਂਦੇ ਬਾਹਰਲੇ ਮੁਲਕ ਦੇ ਵਿੱਚ, ਕਹਿੰਦੇ ਵੀ ਅਸੀਂ ਆਪਣਾ ਇਲਾਜ ਕਰਵਾਉਣ ਗਏ ਹਾਂ। ਕੋਈ ਇੱਥੇ ਸਾਬਕਾ ਵਿਧਾਇਕ ਜਾਂ ਕੋਈ ਸਾਬਕਾ ਮੁੱਖ ਮੰਤਰੀ ਕਹਿੰਦਾ ਜੀ ਕਿ ਮੈਂ ਨਾ ਆਪਣੀ ਮੂੰਹ ਦਾ ਸੈੱਟ, ਜਿਹੜਾ ਦੰਦਾਂ ਦਾ ਸੈੱਟ ਹੁੰਦਾ, ਉਹ ਲਵਾਉਣ ਦੇ ਲਈ ਵਿਦੇਸ਼ ਦੇ ਵੱਲ ਜਾ ਰਿਹਾ ਜਾਂ ਜਾ ਰਹੀ ਆ। ਕੀ ਤੁਸੀਂ ਆਪਣੀ ਸਰਕਾਰ ਦੇ ਮੌਕੇ ਜਾਂ ਕਿਸੇ ਵੀ ਪਾਰਟੀ ਨੇ ਆਪਣੀ ਸਰਕਾਰ ਦੇ ਮੌਕੇ ਪੰਜਾਬ ਦੇ ਵਿੱਚ ਕੋਈ ਐਸਾ ਇੱਕ ਹਸਪਤਾਲ ਬਣਾਉਣ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ? ਇੱਕ ਵੀ ਇਹੋ ਜਿਹਾ ਬਣਾਇਆ ਜਿੱਥੇ ਆਮ ਲੋਕ ਵੀ ਜਾਣ ਬਿਨਾਂ ਕਿਸੇ ਡਰ ਦੇ, ਬਿਲਕੁਲ ਬਿਨਾਂ ਕਿਸੇ ਆਰਥਿਕ ਦਬਾਅ ਦੇ ਵੀ ਭਾਈ ਸਾਡਾ ਕੀ ਬਣੂ, ਤੇ ਤੁਸੀਂ ਵੀ ਜਾ ਕੇ ਉੱਥੇ ਮਹਿਸੂਸ ਕਰੋ ਵੀ ਹਾਂ ਯਾਰ ਹੁਣ ਇਹ ਇੰਨੇ ਸੋਹਣੇ ਬਣ ਗਏ ਆ, ਯਾਰ ਅਸੀਂ ਇੱਥੋਂ ਇਲਾਜ ਕਰਵਾਉਨੇ ਆ। ਕੀ ਕੈਨੇਡਾ, ਅਮਰੀਕਾ ਜਾਂ ਦੁਨੀਆ ਦੇ ਕਿਸੇ ਹੋਰ ਦੇਸ਼ ਦੇ ਰਾਜਨੀਤਿਕ ਲੋਕ ਆ ਜਿਹੜੇ, ਉਹ ਕਿਸੇ ਹੋਰ ਦੇਸ਼ ਦੇ ਵਿੱਚ ਜਾ ਕੇ ਇਲਾਜ ਕਰਵਾਉਂਦੇ ਆ? ਉਹ ਉੱਥੇ ਕਰਵਾਉਂਦੇ ਕਿਉਂਕਿ ਉੱਥੇ ਇੱਕ ਸਮਾਨ ਸਹੂਲਤਾਂ, ਭਾਵੇਂ ਤੁਸੀਂ ਮੈਂਬਰ ਪਾਰਲੀਮੈਂਟ ਹੋ, ਭਾਵੇਂ ਕੌਂਸਲਰ ਹੋ, ਭਾਵੇਂ ਸਧਾਰਨ ਵਿਅਕਤੀ ਆ, ਭਾਵੇਂ ਤੁਸੀਂ ਉੱਥੇ ਸਫਾਈ ਕਰਮਚਾਰੀ ਆ, ਭਾਵੇਂ ਪ੍ਰਧਾਨ ਮੰਤਰੀ ਆ, ਉਹਨਾਂ ਨੂੰ ਪਤਾ ਵੀ ਸਹੂਲਤ ਆ। ਪਰ ਇੱਥੇ ਸਹੂਲਤਾਂ ਦੀ ਵਰਗ ਵੰਡ ਹੋਈ ਆ। ਨੱਠ ਕੇ ਬਾਹਰ ਨੂੰ ਚਲੇ ਜਾਓ, ਉੱਥੇ ਇਲਾਜ ਕਰਵਾ ਕੇ ਫਿਰ ਇੱਥੇ ਆ ਜਾਓ। ਇੱਥੇ ਕਹਿਣਾ ਵੀ ਸਿਹਤ ਸਹੂਲਤਾਂ ਟਣਾ-ਟਣ ਕਰ ਦਿਆਂਗੇ, ਫਿਰ ਆਪ ਬਿਮਾਰ ਹੋਏ ਬਾਹਰ ਚਲੇ ਜਾਓ। ਯਾਰ ਕੀ ਖੇਡਾਂ ਚੱਲਦੀਆਂ? ਪੰਜਾਬ ਦੇ ਕਿੰਨੇ ਵਿਧਾਇਕ ਆ, ਜੇ ਅੱਜ ਪੰਜਾਬ ਦਾ ਕੋਈ ਵਿਧਾਇਕ ਬਿਮਾਰ ਹੋ ਜੇ, ਪਹਿਲੀ ਗੱਲ ਹੋਵੇ ਨਾ, ਕਿਸੇ ਵੀ ਪਾਰਟੀ ਦਾ ਵਿਧਾਇਕ ਬਿਮਾਰ ਹੋ ਜੇ, ਉਹ ਜਾਊਗਾ ਸਰਕਾਰੀ ਹਸਪਤਾਲ ਦੇ ਵਿੱਚ ਵੀ ਹੈ ਬਹੁਤ ਵਧੀਆ, ਮੈਨੂੰ ਜਿੰਨਾ ਮਰਜ਼ੀ ਗੰਭੀਰ ਰੋਗ ਹੋਵੇ ਮੈਂ ਤਾਂ ਇੱਥੇ ਇਲਾਜ ਕਰਵਾਉਂ। ਆਮ ਬੰਦਾ ਨਹੀਂ ਜਾਣਾ ਚਾਹੁੰਦਾ ਟਾਣਾ ਸਾਹਿਬ, ਉਹ ਕਿੱਥੋਂ ਚੱਲ ਜਾਣ? ਪੰਜਾਬ ਦੇ ਕਿੰਨੇ ਐਸੇ ਨੇਤਾ, ਸਾਬਕਾ ਮੰਤਰੀ, ਵਰਤਮਾਨ ਮੰਤਰੀ, ਸਾਬਕਾ ਵਿਧਾਇਕ, ਵਰਤਮਾਨ ਵਿਧਾਇਕ, ਸਾਬਕਾ ਰਾਜ ਸਭਾ ਦੇ ਮੈਂਬਰ, ਵਰਤਮਾਨ ਰਾਜ ਸਭਾ ਦੇ ਮੈਂਬਰ, ਸਾਬਕਾ ਲੋਕ ਸਭਾ ਦੇ ਮੈਂਬਰ, ਵਰਤਮਾਨ ਲੋਕ ਸਭਾ ਦੇ ਮੈਂਬਰ, ਜਿਨ੍ਹਾਂ ਨੇ ਆਪਣੇ ਨਿਆਣੇ ਸਰਕਾਰੀ ਸਕੂਲਾਂ ਚ ਲਾਏ ਆ ਜੀ, ਜਾਂ ਜਿਹੜੇ ਆਉਂਦੇ ਸਮੇਂ ਦੇ ਵਿੱਚ ਲਾਉਣ ਬਾਰੇ ਸੋਚ ਰਹੇ ਆ। ਉਦਾਂ ਕਹਿੰਦੇ ਸਕੂਲ ਸਮਾਰਟ ਆ, ਟਣਾ ਟਣ ਬੱਲੇ ਬੱਲੇ ਆ, ਤੇ ਫਿਰ ਨਿੱਜੀ ਸਕੂਲਾਂ 'ਚ ਕਿਉਂ ਪੜਾਉਂਦੇ ਹੋ? ਸਰਕਾਰੀ ਹਸਪਤਾਲਾਂ ਦਾ ਤਾਂ ਇੰਨਾ ਬੁਰਾ ਹਾਲ ਆ ਟਾਣਾ ਸਾਹਿਬ, ਵੀ ਤੁਸੀਂ ਜਾ ਕੇ ਵੇਖੋ, ਇਉਂ ਲੱਗਦਾ ਕਿ ਹਸਪਤਾਲ ਹੀ ਬਿਮਾਰ ਹੋਇਆ। ਜਲੰਧਰ ਦੇ ਕਦੇ ਸਰਕਾਰੀ ਹਸਪਤਾਲ ਦੇ ਵਿੱਚ ਜਾ ਕੇ ਦੇਖਿਓ, ਸਿਵਲ ਹਸਪਤਾਲ ਦੇ ਵਿੱਚ ਤੁਹਾਨੂੰ ਅਹਿਸਾਸ ਹੋ ਜਾਊਗਾ ਵੀ ਲੋਕ ਕਰਜ਼ਾ ਚੱਕ ਕੇ ਵੀ ਨਿੱਜੀ ਹਸਪਤਾਲਾਂ ਵਿੱਚ ਇਲਾਜ ਕਿਉਂ ਕਰਵਾਉਂਦੇ ਜੀ, ਕਿਉਂਕਿ ਬੰਦੇ ਨੂੰ ਡਰ ਇਹ ਹੈ ਕਿ ਜਿਹੜੇ ਰੋਗ ਦਾ ਇਲਾਜ ਕਰਾਉਣ ਜਾਣਾ, ਕਿਤੇ ਕੋਈ ਹੋਰ ਰੋਗ ਲਵਾ ਕੇ ਨਾ ਮੈਂ ਘਰ ਨੂੰ ਆ ਜਾਵਾਂ। ਆ ਜਿੰਨੀਆਂ ਵੱਡੀਆਂ ਇਮਾਰਤਾਂ, ਪਿਮਸ ਦੀ ਗੱਲ ਕਰ ਲਓ ਤੁਸੀਂ ਟਾਣਾ ਸਾਹਿਬ, ਆਪਣੇ ਲਾਗੇ ਹੀ ਹੈ,
ਚਿੱਟਾ ਹਾਥੀ ਬਣਾ ਕੇ ਰੱਖ ਦਿੱਤਾ। ਕੋਈ ਇਹਦੇ ਵਿੱਚ ਦੋ ਰਾਏ ਨਹੀਂ ਕਿ ਇਮਾਰਤ ਬਹੁਤ ਵੱਡੀ ਹੈ, ਉੱਥੇ ਬਹੁਤ ਕੁਝ ਮਿਲ ਸਕਦਾ, ਉੱਥੇ ਲੋਕ ਠੀਕ ਹੈ ਹਾਲੇ ਥੋੜਾ ਜਿਹਾ ਉੱਥੇ ਕੰਮ ਚੱਲ ਰਿਹਾ, ਪਰ ਜਿੰਨੇ ਵੱਡੇ ਪੱਧਰ ਤੇ ਹੋਣਾ ਚਾਹੀਦਾ ਉਹ ਆਪਾਂ ਸਾਰੇ ਜਾਣਦੇ ਆ ਵੀ ਕਿੰਨਾ ਕੁ ਉੱਥੇ ਹੋ ਰਿਹਾ ਹੈ। ਇਹ ਸਿਰਫ ਇਮਾਰਤਾਂ ਬਣਾਉਣ ਨੂੰ ਤੁਸੀਂ ਆਪਣੀ ਕਾਮਯਾਬੀ ਸਮਝਦੇ ਹੋ? ਹੁਣ ਠੀਕ ਹੈ ਜਿਹੜੇ ਮੌਜੂਦਾ ਮੁੱਖ ਮੰਤਰੀ ਸਾਹਿਬ ਆ ਉਹਨਾਂ ਦੀ ਪਿੱਛੇ ਜੇ ਮੀਟਿੰਗ ਵੀ ਹੋਈ ਆ ਜਿਹੜੀ ਪਿਮਸ ਵਾਲੇ ਨੇ ਉਹਨਾਂ ਦੇ ਨਾਲ, ਪਰ ਗੱਲ ਇਹ ਹੈ ਕਿ ਕਦੋਂ ਸਾਰਾ ਕੁਝ ਠੀਕ ਹੋਊਗਾ, ਕਦੋਂ ਲੋਕਾਂ ਦੇ ਲਈ ਵਾਕਈ ਇੱਥੇ ਸਹੂਲਤਾਂ ਸਿਹਤ ਵਾਲੀਆਂ ਜਿਹੜੀਆਂ ਉਹ ਅਸਲ ਅਰਥਾਂ ਦੇ ਵਿੱਚ ਉਹਨਾਂ ਨੂੰ ਮਿਲਣਗੀਆਂ, ਇਹ ਸਭ ਤੋਂ ਵੱਡਾ ਸਵਾਲ ਹੈ। ਜਦੋਂ ਕਿਸੇ ਨੇ ਬਾਹਰ ਜਾਣਾ ਹੁੰਦਾ ਨਾ ਉਹਦੇ ਲਈ ਕਰੋਨਾ ਟੈਸਟ ਜਿਹੜਾ 72 ਘੰਟੇ ਪਹਿਲਾਂ ਕਰਾਉਣਾ ਜ਼ਰੂਰੀ ਹੁੰਦਾ। ਮੈਂ ਆਪਣੇ ਇੱਕ ਦੋਸਤ ਦੇ ਨਾਲ ਪਿਛਲੇ ਦਿਨੀ ਸਰਕਾਰੀ ਹਸਪਤਾਲ ਦੇ ਵਿੱਚ ਗਿਆ। ਠੀਕ, ਯਕੀਨ ਮੰਨਿਓ ਵੀ ਉੱਥੇ ਕੁੱਤੇ ਕਿੰਨੀ ਵੱਡੀ ਗਿਣਤੀ ਦੇ ਵਿੱਚ ਸੀ ਜੀ। ਉੱਥੇ ਕੁੱਤੇ, ਇੱਥੇ 2 ਕੁੱਤੇ ਬੈਠੇ, ਅੰਦਰ ਇਸ ਵਾਰਡ 'ਚ ਕੁੱਤਾ ਬੈਠਾ, ਉਸ ਥਾਂ ਦੇ ਉੱਤੇ ਇੱਕ ਕੁੱਤਾ ਬੈਠਾ, ਇਹਦੇ ਗੇਟ ਤੇ ਕੁੱਤਾ ਬੈਠਾ ਵੀ ਯਾਰ ਉੱਥੇ ਹੀ ਗੰਦੀਆਂ ਮੰਦੀਆਂ ਪੌੜੀਆਂ, ਬਾਥਰੂਮਾਂ 'ਚ ਵੜਨ ਨੂੰ ਜੀ ਨਹੀਂ ਕਰਦਾ। ਮਰੀਜ਼ ਉੱਥੇ ਵਿਚਾਰੇ ਕਿਵੇਂ ਪਏ ਆ, ਕਈ ਮਰੀਜ਼ ਵਾਰੀ ਦੀ ਉਡੀਕ 'ਚ ਵਿਚਾਰੇ ਫਰਸ਼ਾਂ ਦੇ ਉੱਪਰ ਬੈਠੇ ਹੋਏ, ਕੋਈ ਲੰਮਾ ਪਿਆ, ਕੋਈ ਤੜਫ ਰਿਹਾ, ਕੁਰਬਲ ਹੁੰਦੀ ਆ, ਉੱਥੇ ਸੁਣਵਾਈ ਕੋਈ ਨਹੀਂ ਗੀ। ਯਾਰ ਕੁਛ ਨਾ ਕੁਛ ਤਾਂ ਸੋਚੋ, ਕੋਈ ਸੰਗ ਕਰੋ ਮਾੜੀ ਮੋਟੀ ਕਿ ਆਪਾਂ ਲਾਂਭਿਆਂ ਦੇ ਵਿੱਚ ਹੀ ਸਮਾਂ ਕੱਢ ਦੇਣਾ, ਇੰਨਾ ਨਹੀਂ ਐ ਨਹੀਂ ਕੀਤਾ, ਉਹਨੇ ਨਹੀਂ ਐ ਕੀਤਾ, ਮੈਂ ਤਾਂ ਐ ਕੀਤਾ, ਉਹਨੇ ਐ ਕਰਤਾ। ਸੱਚੀ ਮੁੱਚੀ ਕੋਈ ਜ਼ਿੰਮੇਵਾਰੀ ਨਿਭਾਈਏ। ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ ਉਹ ਜ਼ਿੰਮੇਵਾਰੀ ਨਿਭਾਵੇ, ਤੇ ਜੇਕਰ ਜ਼ਿੰਮੇਵਾਰੀ ਨਿਭਾਈ ਆ, ਜੇ ਤੁਸੀਂ ਕਹਿੰਦੇ ਵੀ ਸਭ ਕੁਝ ਦਰੁਸਤ ਆ, ਜਦੋਂ ਵੀ ਤੁਸੀਂ ਜਾਂ ਤੁਹਾਡਾ ਕੋਈ ਪਰਿਵਾਰਕ ਜੀ ਬਿਮਾਰ ਹੁੰਦਾ ਉਦੋਂ ਫੋਟੋ ਖਿੱਚ ਕੇ ਸੋਸ਼ਲ ਮੀਡੀਆ ਤੇ ਪਾਇਆ ਕਰੋ ਵੀ ਇੰਨੇ ਸੋਹਣੇ ਹਸਪਤਾਲ ਬਣ ਗਏ ਆ, ਅਸੀਂ ਵੀ ਸਰਕਾਰੀ ਹਸਪਤਾਲ ਦੇ ਵਿੱਚ ਆ, ਬਿਲਕੁਲ ਅਸੀਂ ਸਰਕਾਰੀ ਹਸਪਤਾਲ ਦੇ ਬਾਹਰ ਬੈਠੇ ਆ, ਬੱਲੇ ਬੱਲੇ ਆ ਜੀ। ਮੈਂ ਤਾਂ ਸਭ ਤੋਂ ਵੱਧ ਰਸ਼ ਟਾਣਾ ਸਾਹਿਬ ਸਰਕਾਰੀ ਹਸਪਤਾਲਾਂ 'ਚ ਉਦੋਂ ਵੇਖਿਆ, ਮਾਫ ਕਰਨਾ ਇਹ ਗੱਲ ਕੌੜੀ ਹੈ ਪਰ ਇਹ ਸੱਚੀ ਹੈ, ਜਾਂ ਤਾਂ ਕਰੋਨਾ ਵਾਰੀ ਕਿ ਜੋ ਕਰੋਨਾ ਦੇ ਟੀਕੇ ਲੱਗਣੇ ਸੀ ਹਨਾ, ਤੇ ਜਾਂ ਫਿਰ ਜਦੋਂ ਕਿਸੇ ਦਾ ਪਰਚਾ ਕਰਾਉਣਾ ਹੁੰਦਾ ਉਦੋਂ ਜਾਂਦੇ ਨੇ ਉੱਥੇ ਵੀ, ਉੱਥੋਂ MLR ਕਟਾਉਣੀ ਹੈ ਤੇ ਪਰਚੇ ਦਰਜ ਕਰਾਉਣੇ। ਉਸ ਤੋਂ ਇਲਾਵਾ ਤਾਂ ਮਜਬੂਰੀ ਦਾ ਮਾਰਿਆ ਹੀ ਕੋਈ ਵਿਚਾਰਾ ਉੱਥੇ ਜਾਊਗਾ, ਨਹੀਂ ਤਾਂ ਗਰੀਬ ਤੋਂ ਗਰੀਬ ਬੰਦਾ ਵੀ ਅੱਜ ਇਹ ਸੋਚਦਾ ਵੀ ਮੈਂ ਭਾਵੇਂ ਕਰਜ਼ਾ ਚੱਕ ਕੇ ਮੈਂ ਨਿੱਜੀ ਹਸਪਤਾਲ ਦੇ ਵਿੱਚ ਇਲਾਜ ਕਰਾਵਾਂ ਤੇ ਤਾਂ ਠੀਕ ਹੈ। ਬਿਲਕੁਲ ਸਹੀ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ। ਹਰਮਨ ਜੀ, ਜਦੋਂ ਦੇ ਸਿਮਰਨਜੀਤ ਸਿੰਘ ਮਾਨ ਹੋਰੀ ਜਿੱਤੇ ਆ, ਯਾਨੀ ਕਿ 2-3 ਦਿਨ ਪਹਿਲਾਂ ਹੀ, ਉਦੋਂ ਤੋਂ ਲੈ ਕੇ ਹੁਣ ਤੱਕ ਉੱਤੋਂ ਦਿੱਤੀ ਇਹੋ ਜਿਹੀਆਂ ਖਬਰਾਂ ਆ ਰਹੀਆਂ ਵੀ ਹੈਰਾਨ ਕਰਦੀਆਂ। ਅਕਾਲੀ ਦਲ ਦੇ ਆਗੂ ਕਹਿੰਦੇ ਵੀ ਦੇਖੋ ਅਸੀਂ ਤਾਂ ਨਹੀਂ ਜਿੱਤੇ, ਪਰ ਦੇਖੋ ਆਮ ਆਦਮੀ ਪਾਰਟੀ ਜਿੱਤੀ, ਹਾਰ ਗਈ ਨਾ, ਹਾਰ ਗਈ, ਇਹਨਾਂ ਦੇ ਪ੍ਰਤੀ ਮੋਹ ਭੰਗ ਹੋ ਗਿਆ। ਕਾਂਗਰਸੀ ਕਹਿੰਦੇ ਅਸੀਂ ਤੀਜੇ ਨੰਬਰ ਦੇ ਉੱਤੇ ਆ ਕੇ ਵੀ ਖੁਸ਼ ਆ, ਸਾਨੂੰ ਸੰਤੁਸ਼ਟੀ ਆ। ਆਪ ਵਾਲਿਆਂ ਦਾ ਇਨਕਲਾਬ ਕਿੱਥੇ ਆ? ਬੀਜੇਪੀ ਕਹਿੰਦੀ ਸਾਡਾ ਮਕਸਦ ਜਿੱਤਣ ਦੀ ਗੱਲ ਤਾਂ ਹੈ ਹੀ ਨਹੀਂ ਸੀ, ਅਸੀਂ ਦੇਖੋ ਚੌਥੇ ਨੰਬਰ ਤੇ ਆਏ ਆ, ਕੋਈ ਛੋਟੀ ਪ੍ਰਾਪਤੀ ਨਹੀਂ। ਜਿਨ੍ਹਾਂ ਦੇ ਨਾਲ ਪਤੀ ਪਤਨੀ ਵਾਲਾ ਰਿਸ਼ਤਾ ਸੀ ਉਹ 5ਵੇਂ ਨੰਬਰ ਤੇ ਰਹਿ ਗਏ, ਅਸੀਂ ਚੌਥੇ ਤੇ ਹੌਲੀ ਹੌਲੀ ਪਹਿਲੇ ਤੇ ਆ ਜਾਣਾ। ਸਿਮਰਨਜੀਤ ਸਿੰਘ ਮਾਨ ਹੋਰੀ ਇਸ ਕਰਕੇ ਖੁਸ਼ ਹੈ ਵੀ 77 ਸਾਲ ਦੀ ਉਮਰ ਦੇ ਵਿੱਚ ਖੂੰਜੇ ਲਾਤੇ ਜੀ। ਆਮ ਆਦਮੀ ਪਾਰਟੀ ਇਸ ਗੱਲ ਕਰਕੇ ਮਹਿਸੂਸੀ ਪਈ ਹੈ ਵੀ ਯਾਰ 55-5600 ਵੋਟ ਦੇ ਫਰਕ ਨਾਲ ਹਾਰੇ ਆ, ਹੰਬਲਾ ਜੇਕਰ ਕਿਤੇ ਨਾ ਕਿਤੇ ਸਹੀ ਹੋਰ ਵੱਜ ਜਾਂਦਾ ਤਾਂ ਗੱਲ ਬਣ ਜਾਂਦੀ। ਉਹ ਕਹਿੰਦੇ ਵੀ ਕੋਈ ਬਾਹਲੀ ਵੱਡੀ ਗੱਲ ਨਹੀਂ, ਜਿੱਤ ਹਾਰ ਤਾਂ ਬਣੀ ਰਹਿੰਦੀ ਆ। ਕੱਲ ਆਮ ਆਦਮੀ ਪਾਰਟੀ ਦੀ ਇੱਕ ਵਿਧਾਇਕਾ ਨੇ ਗੱਲ ਕਹੀ, ਉਹ ਕਹਿੰਦੇ ਵੀ ਬਾਕੀ ਪਾਰਟੀਆਂ ਇਕੱਠੀਆਂ ਹੋ ਗਈਆਂ ਆਮ ਆਦਮੀ ਪਾਰਟੀ ਦੇ ਖਿਲਾਫ। ਉਹ ਕਹਿੰਦੇ ਵੀ ਸਿਮਰਨਜੀਤ ਸਿੰਘ ਮਾਨ ਨੂੰ ਜਿਤਾ ਦਿੰਦੇ ਆ, ਆਪਦੀਆਂ ਵੋਟਾਂ ਵੀ ਇੱਧਰ ਪਵਾਤੀਆਂ, ਬਸ ਆਮ ਆਦਮੀ ਪਾਰਟੀ ਨਾ ਜਿੱਤੇ। ਅੱਛਾ ਜੀ। ਉਹ ਕਹਿੰਦੇ ਵੀ ਇਸ ਤੇ ਜਿੱਤ ਗਏ ਸੀ, ਵੱਟ ਤੇ ਪਈ ਸੀ ਜਿੱਤ, ਇਹ ਤਾਂ ਕਮਾਲਾਂ ਸੀ ਤੇ ਕਮਾਲਾਂ ਹਨ ਤੇ ਕਮਾਲਾਂ ਰਹਿਣਗੀਆਂ। ਇੱਕ ਹੋਰ ਨੇਤਾ ਕਹਿੰਦਾ ਵੀ ਇਹ ਕੋਈ ਵੱਡੀ ਗੱਲ ਥੋੜੀ ਆ ਯਾਰ, ਉਤਰਾ ਚੜਾਉਂਦੇ ਰਹਿੰਦੇ ਆ। ਅੱਛਾ ਜੀ। ਤੁਸੀਂ ਸਾਨੂੰ ਕਹਿੰਦੇ ਹਾਰ ਗਏ, ਉਹਨਾਂ ਦਾ ਜਲੂਸ ਨਿਕਲਿਆ। ਅੱਛਾ ਜੀ। ਜਲੂਸ ਨਿਕਲੇ ਦੀ ਗੱਲ ਵੱਧ ਕਰੋ, ਹਾਰੇ ਦੀ ਗੱਲ ਨਾ ਕਰੋ। ਇੱਕ ਦੂਜੇ ਨੂੰ ਵੇਖ ਕੇ ਹੌਸਲਾ ਕਰੀ ਜਾਂਦੇ ਵੀ ਚੱਲ ਮੈਂ ਨਹੀਂ ਜਿੱਤਿਆ ਤੇ ਉਹ ਕਿਹੜਾ ਜਿੱਤੀ ਗਿਆ, ਹਨਾ। ਇਹ ਮਤਲਬ ਨਾ ਹਰ ਇੱਕ ਪਾਰਟੀ ਟਾਣਾ ਸਾਹਿਬ ਸਿਮਰਨਜੀਤ ਸਿੰਘ ਮਾਨ ਹੋਰਾਂ ਨੂੰ ਪਾਸੇ ਰੱਖ ਕੇ ਕਿ ਚਲੋ ਉਹ ਜਿੱਤ ਗਏ, ਇਹ ਬਹੁਤ ਵੱਡੀ ਗੱਲ ਆ, ਪਰ ਇੱਕ ਦੂਜੇ ਨੂੰ ਵੇਖ ਕੇ ਹੌਸਲੇ ਜਾ ਵੀ ਚੱਲ ਜੇ ਮੈਂ ਨਹੀਂ ਜਿੱਤਿਆ ਤੂੰ ਕਿਹੜਾ ਜਿੱਤਿਆ, ਤੂੰ ਨਹੀਂ ਜਿੱਤਿਆ ਉਹ ਕਿਹੜਾ ਜਿੱਤਿਆ, ਹਨਾ। ਇੱਕ ਦੂਜੇ, ਕਿਉਂਕਿ ਉਹ ਮੁਕਾਬਲਾ ਹੀ ਇਹ ਸਮਝਦੇ ਸੀਗੇ ਕਿ ਸਿਰਫ ਸਾਡਾ ਹੀ ਹੈ, ਬਾਕੀ ਤਾਂ ਕਿਸੇ ਨਾਲ ਮੁਕਾਬਲਾ ਹੀ ਹੈ ਨਹੀਂ, ਸੋ ਸ਼ਾਇਦ ਇਸੇ ਲਈ ਇੱਕ ਦੂਜੇ ਨੂੰ ਵੇਖ ਕੇ ਹੁਣ ਹੱਸਦੇ ਨੇ ਵੀ ਤੂੰ ਵੀ ਨਹੀਂ ਜਿੱਤਿਆ ਤੂੰ ਵੀ ਨਹੀਂ ਜਿੱਤਿਆ। ਬਿਲਕੁਲ। ਤੇ ਮਾਨ ਸਾਹਿਬ ਨੇ ਗੱਲ ਕਹੀ ਹੈ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ, ਉਹ ਕਹਿੰਦੇ ਵੀ ਦੇਖੋ ਪੰਥਕ ਰਾਜਨੀਤੀ ਨੇ ਨਵੀਂ ਕਰਵਟ ਲਈ ਆ, ਅਸੀਂ ਜਿੱਤੇ ਆ। ਜਿਹੜੇ ਲੋਕ ਇਹ ਗੱਲ ਕਹਿੰਦੇ ਸੀ ਵੀ ਇਹਨੂੰ ਤਾਂ ਵੋਟ ਕੋਈ ਨਹੀਂ ਪਾਉਂਦਾ, ਇਹ ਤਾਂ ਗੱਲ ਖਤਮ ਜੀ, ਠੁੱਸ ਪਟਾਕਾ। ਆਹ ਦੇਖੋ ਜੀ, ਮੈਨੂੰ ਚੱਲਿਆ ਕਾਰਤੂਸ ਕਹਿੰਦੇ ਸੀ, ਹੁਣ ਦੱਸੋ ਮੈਂ ਚੱਲਿਆ ਕਿ ਨਹੀਂ। ਜਿਹੜੇ ਫੂੰ ਫਾਂ ਕਰਦੇ ਫੰਨੇ ਖਾਂ ਸੀ ਉਹ ਕਿੱਥੇ ਖੜੇ ਆ? ਉਹ ਕਹਿੰਦੇ ਵੀ ਮੈਂ ਲੋਕਾਂ ਦੇ ਮੁੱਦੇ ਚੁੱਕੂੰਗਾ ਤੇ ਲੋਕਾਂ ਨੇ ਮੁੱਦੇ ਚੁੱਕਣੇ ਚਾਹੀਦੇ ਆ, ਬਾਕੀ ਸਮਾਂ ਬਿਆਨ ਕਰੂਗਾ ਵੀ ਬਣਦਾ ਕੀ ਆ। ਜੀ ਬਿਲਕੁਲ। ਉਹਨਾਂ ਨੇ ਕਿਹਾ ਕਿ ਪਹਿਲ ਦੇ ਆਧਾਰ ਦੇ ਉੱਪਰ ਮੈਂ ਸਭ ਤੋਂ ਪਹਿਲਾਂ ਤਾਂ ਜਿਹੜੀ ਨੌਜਵਾਨੀ ਹੈ, ਬੇਰੋਜ਼ਗਾਰੀ ਬਹੁਤ ਜ਼ਿਆਦਾ ਉਹਨਾਂ ਨੂੰ ਇਹਦੇ ਨਾਲ ਝੇਲਣਾ ਪੈ ਰਿਹਾ ਹੈ, ਉਹ ਬੇਰੋਜ਼ਗਾਰੀ ਦਾ ਮੁੱਦਾ ਜਿਹੜਾ ਉਹਨੂੰ ਹੱਲ ਕਰਨ ਦੇ ਬਾਰੇ ਚ ਸੋਚੂਗਾ। ਉਸ ਤੋਂ ਬਾਅਦ ਚ ਘੱਗਰ ਦਰਿਆ ਕਹਿੰਦੇ ਉਹਦੇ ਬਾਰੇ ਚ ਮੈਂ ਜ਼ਰੂਰ ਚਾਹੁੰਦਾ ਕਿ ਜਿਹੜੇ ਕਿਉਂਕਿ ਉਧਰਲੀ ਬੈਲਟ ਦੇ ਲੋਕ ਨੇ ਉਹ ਬਹੁਤ ਜ਼ਿਆਦਾ ਪਰੇਸ਼ਾਨ ਨੇ ਉਹਦੇ ਤੋਂ, ਤੇ ਉਹਦਾ ਕੋਈ ਨਾ ਕੋਈ ਮੈਂ ਹੱਲ ਜ਼ਰੂਰ ਕਰਨਾ ਚਾਹੂੰਗਾ। ਬਾਕੀ ਉਹ ਕਹਿੰਦੇ ਜਿਹੜਾ ਮੁੱਦਾ ਕਹੋਗੇ ਚੱਕ ਲਾਂਗੇ, ਉਹ ਪੂਰੀ ਤਰ੍ਹਾਂ ਨਾਲ ਤਿਆਰ ਚੱਕਣਾ ਵੀ ਚਾਹੀਦਾ ਜੀ। ਲੋਕਾਂ ਦੀ ਇੱਛਾ ਕਿ ਸਾਰੇ ਮੁੱਦੇ ਚੁੱਕੇ ਜਾਣ, ਸਾਰੇ ਵਿਧਾਨ ਸਭਾ ਦੇ ਮੈਂਬਰਾਂ ਤੋਂ ਲੋਕ ਇੱਛਾ ਪਾਲਦੇ ਆ,
ਸਾਰੇ ਹੀ ਮੰਤਰੀਆਂ ਤੋਂ ਇੱਛਾ ਕਰਦੇ ਆ ਤੇ ਸਿਮਰਨਜੀਤ ਸਿੰਘ ਮਾਨ ਹੋਰਾਂ ਤੋਂ ਵੀ ਡਾਢੀਆਂ ਇੱਛਾਵਾਂ ਜੀ ਵੀ ਭਾਈ ਇਹ ਕੁਝ ਕਰਕੇ ਦਿਖਾਉਣ, ਕਿਉਂਕਿ ਜੇ ਤਾਂ ਉਹ ਕੁਝ ਕਰਕੇ ਦਿਖਾ ਲੈਣਗੇ ਤਾਂ 1.5 ਸਾਲ ਬਾਅਦ ਉਹਨਾਂ ਨੂੰ ਫੇਰ ਮੌਕਾ ਮਿਲ ਜਾਊਗਾ। ਤੇ ਜੇ ਭਾਈ 1.5 ਸਾਲ ਦੇ ਵਿੱਚ ਕੁਝ ਨਾ ਕਰਕੇ ਦਿਖਾਇਆ 24 ਦੀਆਂ ਚੋਣਾਂ ਤੱਕ, ਤੇ ਜੇਕਰ 3.5 ਮਹੀਨਿਆਂ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਮੋਹ ਭੰਗ ਹੋ ਗਿਆ ਤੇ ਫਿਰ 1.5 ਸਾਲ ਦੇ ਵਿੱਚ ਆਪ ਜੀ ਤੋਂ ਵੀ ਹੋ ਜਾਣਾ। ਜੀ ਬਿਲਕੁਲ। ਇਸ ਕਰਕੇ ਜਿਹੜੀ ਵੀ ਪਾਰਟੀ ਨੂੰ ਜਿੱਥੇ ਮੌਕਾ ਮਿਲਦਾ ਨਾ ਛਾ ਜਾਣਾ ਚਾਹੀਦਾ ਕੰਮ ਕਰ ਕਰਕੇ। ਜੀ ਹੁਣ ਤਾਂ ਮੈਨੂੰ ਹੀ ਲੱਗਦਾ ਹੁੰਦਾ ਟਾਣਾ ਸਾਹਿਬ ਵੀ ਇਹਨਾਂ ਨਤੀਜਿਆਂ ਤੋਂ ਹਰ ਇੱਕ ਪਾਰਟੀ ਨੂੰ ਬਹੁਤ ਕੁਝ ਸਿੱਖਣਾ ਚਾਹੀਦਾ ਹੈ। ਅਸੀਂ ਇਹ ਸਿੱਖ ਲਈਏ ਕਿ ਲੋਕ ਹੁਣ ਕੁਝ ਵੀ ਕਰ ਸਕਦੇ ਨੇ ਤੇ ਕਦੇ ਵੀ ਕਰ ਸਕਦੇ ਨੇ, ਚਾਹੇ ਤੁਹਾਨੂੰ ਥੋੜਾ ਸਮਾਂ ਹੋਇਆ ਚਾਹੇ ਤੁਹਾਨੂੰ ਬਹੁਤ ਜ਼ਿਆਦਾ ਸਮਾਂ ਹੋ ਗਿਆ ਸਿਆਸਤ ਦੇ ਵਿੱਚ। ਲੋਕ ਚਾਹਣ, ਹੁਣ ਲੋਕ ਜਾਗਰੂਕ ਨੇ, ਲੋਕ ਚਾਹਣ ਤੇ ਉਹ ਮਿੰਟਾਂ ਦੇ ਵਿੱਚ ਕੁਝ ਦਾ ਕੁਝ ਕਰ ਸਕਦੇ ਨੇ। ਇਸ ਲਈ ਜਿਹੜੀਆਂ ਗੱਲਾਂ ਲੋਕਾਂ ਨਾਲ ਕਰਦੇ ਹੋ, ਜਿਹੜੇ ਵਾਅਦੇ ਲੋਕਾਂ ਨਾਲ ਕਰਦੇ ਹੋ, ਜਿਹੜੇ ਮੁੱਦਿਆਂ ਦੀ ਗੱਲ ਤੁਸੀਂ ਵੋਟਾਂ ਲੈਣ ਤੋਂ ਪਹਿਲਾਂ ਕਰਦੇ ਹੋ, ਉਹ ਗੱਲਾਂ ਬਾਅਦ ਚ ਵੀ ਕਰੋ ਤੇ ਉਹਨਾਂ ਮੁੱਦਿਆਂ ਦਾ ਹੱਲ ਜ਼ਰੂਰ ਲੱਭੋ। ਮੇਰੀ ਇੱਕ ਆਮ ਆਦਮੀ ਪਾਰਟੀ ਦੇ ਵਿਧਾਇਕ ਸਾਹਿਬਾਨ ਨੂੰ ਬੇਨਤੀ ਆ, ਸਾਰੀ ਸਤਿਕਾਰਯੋਗ ਆ ਜੀ, ਵੀ ਲੋਕਾਂ ਦੇ ਵਿੱਚ ਸੱਚੀ ਮੁੱਚੀ ਵਿਚਰਨਾ ਹੋਰ ਤੇਜ਼ੀ ਨਾਲ ਸ਼ੁਰੂ ਕਰੋ। ਜਿਹੜੀ ਲੋਕਾਂ ਦੀ ਸ਼ਿਕਾਇਤ ਆ ਵੀ ਭਾਈ ਮੋਬਾਈਲ ਨਹੀਂ ਚੁੱਕਿਆ ਜਾਂਦਾ ਤੇ ਇਹਨੂੰ ਵੀ ਦੂਰ ਕਰੋ ਜੀ, ਕਿਉਂਕਿ ਲੋਕ ਵੱਧ ਤੋਂ ਵੱਧ ਤੁਹਾਡੇ ਕੋਲੇ ਕਿਵੇਂ ਸ਼ਿਕਾਇਤ ਪਹੁੰਚਾਉਣਗੇ, ਕਿਵੇਂ ਆਪਦੀ ਕੋਈ ਮੰਗ ਰੱਖਣਗੇ? ਮੋਬਾਈਲ ਹੀ ਆ ਨਾ, ਫੋਨ ਹੀ ਆ ਨਾ, ਜਾਂ ਬੰਦਾ ਮਿਲੂਗਾ ਜਾਂ ਬੰਦਾ ਫੋਨ ਕਰੂਗਾ। ਬਹੁਤੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀ ਸ਼ਿਕਾਇਤ ਆ ਵੀ ਭਾਈ ਇਦਾਂ ਹੁੰਦਾ ਨਹੀਂ, ਜੇ ਇਦਾਂ ਹੁੰਦਾ ਤਾਂ ਫਿਰ ਇਉਂ ਨਹੀਂ ਸੀ ਹੋਣਾ ਜਿਵੇਂ ਹੁਣ ਹੋ ਗਿਆ। ਜੀ 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 ਜੀ। ਔਰ ਨਾਲ ਦੀ ਨਾਲ ਲੋਕਾਂ ਨੂੰ ਵੀ ਇਹ ਬੇਨਤੀ ਕਰਨੀ ਬਣਦੀ ਹੈ ਟਾਣਾ ਸਾਹਿਬ ਵੀ ਜਿਹੜੀਆਂ ਵਾਜਬ ਗੱਲਾਂ ਨੇ, ਵਾਜਬ ਮੁੱਦੇ ਨੇ ਹਨਾ, ਇਹ ਨਹੀਂ ਵੀ ਮਿਸ ਕਾਲਾਂ ਮਾਰ ਕੇ ਵੇਖੀ ਜਾਣਾ ਜਾਂ ਵੈਸੇ ਹੀ ਫੋਨ ਕਰਕੇ ਵੇਖਣਾ ਵੀ ਵਿਧਾਇਕ ਫੋਨ ਚੱਕਦਾ ਹੈ ਕਿ ਨਹੀਂ ਚੱਕਦਾ, ਜਾਂ ਕਿਸੇ ਨੂੰ ਸਿਫਾਰਿਸ਼ ਪਾਉਣੀ ਹੈ ਤਾਂ ਵਿਧਾਇਕ ਨੂੰ ਫੋਨ ਕਰ ਲੈਣਾ। ਜਿਹੜੇ ਵਾਜਬ ਮੁੱਦੇ ਨੇ ਉਹ ਮੁੱਦਿਆਂ ਦੀ ਖਾਤਰ ਜ਼ਰੂਰ ਫੋਨ ਕਰੋ, ਕਿਉਂਕਿ ਕਈ ਵਾਰ ਐ ਹੁੰਦਾ ਨਾ ਕਿ ਜਦੋਂ ਅਸੀਂ ਵਾਜਬ ਮੁੱਦਿਆਂ ਦੇ ਲਈ ਨਹੀਂ ਫੋਨ ਕਰਦੇ ਤਾਂ ਫਿਰ ਅਸਲ ਮੁੱਦੇ ਪਿੱਛੇ ਪੈ ਜਾਂਦੇ ਨੇ ਹਨਾ। ਸੋ ਇਸ ਲਈ ਵਾਜਬ ਮੁੱਦਿਆਂ ਲਈ ਜ਼ਰੂਰ ਫੋਨ ਕਰੋ ਤੇ ਵਿਧਾਇਕ ਵੀ ਫੋਨ ਜ਼ਰੂਰ ਚੱਕਣ, ਉਹਨਾਂ ਦੀ ਜ਼ਿੰਮੇਵਾਰੀ ਹੈ। ਬਿਲਕੁਲ ਸਹੀ ਜੀ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ। ਲਓ ਜੀ, ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਨਾਲ ਨੇ ਹਰਮਨ ਸਿੰਘ ਜੀ। ਜੀ, ਤੇ ਹੁਣ ਅੱਗੇ ਵਧੀਏ ਟਾਣਾ ਸਾਹਿਬ। ਆਓ ਬਈ ਆਓ। ਟਾਣਾ ਸਾਹਿਬ, ਇੱਕ ਚਰਚਾ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਜ਼ਿਆਦਾ ਫੈਲ ਰਹੀ ਹੈ। ਇਹ ਚਰਚਾ ਮਤਲਬ ਕਈ ਤਾਂ ਮੈਂ ਦੇਖ ਰਹੀ ਸੀ ਲੋਕਾਂ ਨੇ ਉਹ ਵੋਟਾਂ ਦੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਕਿ ਜੇਕਰ ਐ ਹੋ ਗਿਆ ਤਾਂ ਫਿਰ ਕੌਣ ਹੋਊਗਾ ਅੱਗੇ। ਮੈਨੂੰ ਸਮਝ ਨਹੀਂ ਆਉਂਦੀ ਇੰਨੇ ਕਾਲੇ ਕਿਉਂ ਪਏ ਹੋਏ ਨੇ। ਮਤਲਬ ਕਿਵੇਂ? ਸੁਖਬੀਰ ਸਿੰਘ ਬਾਦਲ ਹੋਰਾਂ ਦੇ ਅਸਤੀਫੇ ਦੀ ਚਰਚਾ ਚੱਲ ਰਹੀ ਹੈ। ਦੇਖੋ, ਇੱਕ ਤਾਂ ਗੱਲ ਇਹ ਆ ਵੀ ਸੁਖਬੀਰ ਸਿੰਘ ਬਾਦਲ ਅਸਤੀਫਾ ਦਿੰਦੇ ਆ ਨਹੀਂ ਦਿੰਦੇ, ਉਹੀ ਪ੍ਰਧਾਨ ਰਹਿੰਦੇ ਨੇ ਜਾਂ ਕੋਈ ਹੋਰ ਪ੍ਰਧਾਨ ਸਾਹਿਬ ਬਣਦੇ ਨੇ, ਆਪਾਂ ਨੂੰ ਇਹਦੇ ਬਾਰੇ ਕੁਝ ਪਤਾ ਨਹੀਂਗਾ। ਹਾਲੇ ਤੱਕ ਤਾਂ ਕਿਸੇ ਨੂੰ ਵੀ ਨਹੀਂ ਪਤਾ ਜੀ। ਪਰ ਜਿਹੜੀ ਮੈਂ ਗੱਲ ਕਰ ਰਹੀ ਸੀ ਵੀ ਲੋਕਾਂ ਨੇ ਵੋਟਾਂ ਪਾਉਣੀਆਂ ਸ਼ੁਰੂ ਕਰਤੀਆਂ, ਲੋਕਾਂ ਤਾਂ ਇਹ ਲਿਖ ਕੇ ਪਾਉਣਾ ਸ਼ੁਰੂ ਕਰਤਾ ਕਿ ਜੇਕਰ ਸੁਖਬੀਰ ਸਿੰਘ ਬਾਦਲ ਅਸਤੀਫਾ ਦਿੰਦੇ ਨੇ ਤਾਂ ਫਿਰ ਪ੍ਰਧਾਨ ਕੌਣ ਹੋਣਾ ਚਾਹੀਦਾ। ਵੀ ਅਜੇ ਕੁਝ ਹੋਇਆ ਨਹੀਂ, ਪਹਿਲਾਂ ਹੀ ਲੋਕੀ ਤਾਂ ਤਿਆਰੀਆਂ ਕਰੀ ਬੈਠੇ ਨੇ। ਦੇਖੋ ਵੀ ਬਿਨਾਂ ਪਾਣੀ ਤੋਂ ਜਰਾਬਾਂ ਨਹੀਂ ਲਾਉਣੀਆਂ ਚਾਹੀਦੀਆਂ, ਇਹ ਮੇਰੀ ਨਿੱਜੀ ਤੌਰ ਤੇ ਬੇਨਤੀ ਆ। ਇਹ ਗੱਲ ਕਦੋਂ ਆਈ? ਉਹ ਵੈਸੇ ਮੇਰੇ ਮਨ ਦੇ ਵਿੱਚ ਆਈ ਹੈ ਗੱਲ ਵੀ ਯਾਰ ਬਿਨਾਂ ਪਾਣੀ ਤੋਂ ਜਰਾਬਾਂ ਨਹੀਂ ਲਾਉਣੀਆਂ ਚਾਹੀਦੀਆਂ। ਅਸਤੀਫਾ ਮੰਗਣਾ ਤਾਂ ਇੱਕ ਸਕਿੰਟ ਦੀ ਗੱਲ ਬਣ ਗਈ ਆ। ਨਾਲ ਹੀ ਕਹਿ ਦਿੰਦੇ ਅਸਤੀਫਾ ਦੇ ਦਿਓ। ਮੁੱਖ ਮੰਤਰੀ ਅਸਤੀਫਾ ਦੇ ਦੇਵੇ, ਕੇਂਦਰੀ ਮੰਤਰੀ ਅਸਤੀਫਾ ਦੇ ਦੇਵੇ, ਫਲਾਣਾ ਉਹਦੇ ਤੋਂ ਅਸਤੀਫਾ ਦੇ ਦੇਵੇ, ਫਲਾਣਾ ਐ ਕਰ ਦੇਵੇ। ਵੀ ਆਹ ਜਦੋਂ ਗੱਲ ਰਾਜਨੀਤਿਕ ਲੋਕ ਕਹਿੰਦੇ ਆ ਨਾ, ਮੈਨੂੰ ਹੈਰਾਨੀ ਹੁੰਦੀ ਹੈ ਵੀ ਆਪ ਜੀ ਨੇ ਕਿੰਨੀ ਕੁ ਵਾਰ ਅਸਤੀਫਾ ਦਿੱਤਾ। ਪਹਿਲਾਂ ਮੈਂ ਇਹ ਸੋਚਦਾ ਹੁੰਦਾ ਵੀ ਆਹ ਦੇਖੋ ਜਿਹਦੇ ਕੋਲੋਂ 3600 ਵਾਰੀ ਮੰਗ ਕੀਤੀ ਗਈ ਸੀ ਵੀ ਤੂੰ ਅਸਤੀਫਾ ਦੇ, ਤੇਰੇ ਉੱਤੇ ਆ ਦੋਸ਼ ਲੱਗਦੇ ਆ, ਉਦੋਂ ਬੈਠਾ ਰਿਹਾ ਪੂਰਾ ਜਕੜ ਕੇ ਕੁਰਸੀ ਨੂੰ, ਐਂ ਬਹਿ ਗਿਆ ਹੁਣ ਫੇਰ ਮੰਨਾ ਤੇ ਹੁਣ ਕਰੀ ਨਾ ਉਹ ਅਸਤੀਫਾ ਦੇਵੇ, ਉਹਦਾ ਫਰਜ਼ ਬਣਦਾ ਅਸਤੀਫਾ ਦੇਵੇ, ਉਹਨੇ ਕੁਝ ਨਹੀਂ ਕੀਤਾ ਉਹ ਅਸਤੀਫਾ ਦੇਵੇ। ਪਰ ਬਲਵਿੰਦਰ ਸਿੰਘ ਭੁੰਦੜ ਜਿਹੜੇ ਕਿ ਅਕਾਲੀ ਦਲ ਦੇ ਸੀਨੀਅਰ ਆਗੂ ਆ, ਉਹਦੇ ਵਿੱਚ ਚਰਨਜੀਤ ਸਿੰਘ ਬਰਾੜ ਤੇ ਹਰਚਰਨ ਸਿੰਘ ਬੈਂਸ ਤੇ ਹੋਰ ਕਈ ਆਗੂ ਆ ਜਿਹੜੇ, ਉਹਨਾਂ ਦੇ ਵੱਲੋਂ ਮਿਲ ਕੇ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਉੱਥੇ ਇਹ ਗੱਲ ਉਹਨਾਂ ਦੇ ਵੱਲੋਂ ਸਫਾਈ ਦੇ ਰੂਪ ਦੇ ਵਿੱਚ ਕਹੀ ਗਈ ਆ ਵੀ ਸੁਖਬੀਰ ਸਿੰਘ ਬਾਦਲ ਅਸਤੀਫਾ ਨਹੀਂ ਦੇ ਰਹੇ। ਅਸਤੀਫਾ ਦੇਣ ਵਾਲੀਆਂ ਖਬਰਾਂ ਬਿਲਕੁਲ ਅਫਵਾਹ ਹੈਗੀਆਂ, ਪਾਰਟੀ ਨੂੰ ਉਹਨਾਂ ਦੇ ਉੱਤੇ ਭਰੋਸਾ ਹੈਗਾ ਤੇ ਕੋਈ ਇਦਾਂ ਦੀ ਗੱਲ ਨਹੀਂ ਹੈਗੀ, ਇਹ ਐਵੇਂ ਪੜੁੱਲ ਬਣ ਜਾਂਦਾ, ਇਹ ਕੋਈ ਇਦਾਂ ਦੀ ਗੱਲ ਹੈ ਨਹੀਂਗੀ। ਤੇ ਉਹ ਕਹਿੰਦੇ ਵੀ ਹਾਰਾਂ ਜਿੱਤਾਂ ਚੱਲਦੀਆਂ ਹੁੰਦੀਆਂ, ਕਦੇ ਹਾਰਾਂ ਦਾ ਸਾਹਮਣਾ ਕਰਨਾ ਪੈਂਦਾ, ਕਦੇ ਜਿੱਤ ਨਸੀਬ ਹੋ ਜਾਂਦੀ ਆ। ਵੀ ਅਸੀਂ ਹਾਰੇ ਆ ਜੀ, ਅਸੀਂ 5ਵੇਂ ਨੰਬਰ ਤੇ ਆਏ ਆ, ਅਸੀਂ ਅੱਗੇ ਆਉਣ ਦੇ ਲਈ ਪੂਰਾ ਤਾਣ ਲਾਵਾਂਗੇ, ਪੰਥਕ ਰਾਜਨੀਤੀ ਵੀ ਕਰਾਂਗੇ, ਪੰਥਕ ਮੁੱਦੇ ਵੀ ਚੁੱਕਾਂਗੇ, ਪਰ ਇਹ ਐਡੀ ਗੱਲ ਨਹੀਂ ਕਿ ਵੀ ਭਾਈ ਅਸਤੀਫਾ ਦੇ ਦਿਓ। ਗੱਲ ਇਹ ਟਾਣਾ ਸਾਹਿਬ, ਅਸਤੀਫਿਆਂ ਦੇ ਨਾਲ ਕਦੇ ਮਸਲੇ ਹੱਲ ਨਹੀਂ ਹੁੰਦੇ। ਇਹ ਗੱਲਾਂ ਜ਼ਰੂਰ ਹੁੰਦੀਆਂ ਨੇ ਪਰ ਮਸਲੇ ਨਹੀਂ ਹੱਲ ਹੁੰਦੇ। ਸਭ ਤੋਂ ਵੱਡੀ ਚੀਜ਼ ਇਹ ਹੈ, ਚਾਹੇ ਕੋਈ ਵੀ ਪਾਰਟੀ ਹੈ, ਚਾਹੇ ਉਹ ਜਿੱਤੀ ਹੈ ਚਾਹੇ ਉਹ ਹਾਰੀ ਹੈ, ਮੈਨੂੰ ਇਹ ਲੱਗਦਾ ਹੁੰਦਾ ਕਿ ਉਸ ਪਾਰਟੀ ਨੂੰ ਨਤੀਜਿਆਂ ਤੋਂ ਬਾਅਦ ਇਸ ਚੀਜ਼ ਦੇ ਬਾਰੇ ਚ ਚਿੰਤਨ ਜ਼ਰੂਰ ਕਰਨਾ ਚਾਹੀਦਾ ਵੀ ਕਿੰਨਾ ਕਾਰਨਾਂ ਕਰਕੇ ਅਸੀਂ ਹਾਰ ਗਏ ਤੇ ਕਿਹੜੀਆਂ ਗੱਲਾਂ ਕਰਕੇ ਲੋਕਾਂ ਨੇ ਸਾਨੂੰ ਚੁਣਿਆ, ਹਨਾ। ਜਿਹੜੇ ਜਿੱਤੇ ਨੇ ਉਹ ਇਸ ਜ਼ਿਹਨ ਦੇ ਵਿੱਚ ਰੱਖਣ ਵੀ ਇਹਨਾਂ ਗੱਲਾਂ ਕਰਕੇ ਲੋਕਾਂ ਨੇ ਚੁਣਿਆ ਤੇ ਅਸੀਂ ਆਹ ਕੰਮ ਕਰਨੇ ਨੇ। ਜਿਹੜੇ ਹਾਰੇ ਨੇ, ਕਿਉਂਕਿ ਛੋਟੀਆਂ ਹਾਰਾਂ ਹੀ ਵੱਡੀਆਂ ਹਾਰਾਂ ਬਣ ਜਾਂਦੀਆਂ ਨੇ। ਜੇਕਰ ਉਹ ਛੋਟੀਆਂ ਹਾਰਾਂ ਤੋਂ ਸਿੱਖਣਗੇ ਵੀ ਸਾਨੂੰ ਇਸ ਵਾਰ ਇਹਨਾਂ ਉਪ ਚੋਣਾਂ ਦੇ ਵਿੱਚ ਇਹਨਾਂ ਗੱਲਾਂ ਕਰਕੇ ਵੋਟਾਂ ਨਹੀਂ ਪਈਆਂ, ਲੋਕੀ ਇਸ ਗੱਲ ਦਾ ਕਰਕੇ ਸਾਡੇ ਤੋਂ ਨਾਰਾਜ਼ ਰਹੇ ਨੇ, ਤੇ ਜੇਕਰ ਅਸੀਂ ਉਹ ਸੁਧਾਰ
ਆਪਣੇ ਅੰਦਰ ਲਿਆਵਾਂਗੇ ਤਾਂ ਵੱਡੀਆਂ ਦੇ ਲਈ ਆਪਾਂ ਤਿਆਰ ਹੋਵਾਂਗੇ ਤੇ ਨਾ। ਅਗਲੀ ਗੱਲ ਇਹ ਆ ਵੀ ਜਿਹੜੀਆਂ ਪਾਰਟੀਆਂ ਹੁਣ ਪੰਜਾਬ 'ਚ ਹਾਰ ਰਹੀਆਂ ਜੀ ਇਸ ਤੋਂ ਵੱਡੀਆਂ ਹਾਰਾਂ ਵੀ ਨਹੀਂ ਹੋਣੀਆਂ, ਨਹੀਂ ਹੋਣੀਆਂ, ਇਹ ਛੋਟੀਆਂ ਤੋਂ ਵੱਡੀਆਂ ਹੋ ਚੁੱਕੀਆਂ। ਜੇਕਰ ਭਾਈ ਆਪਾਂ ਹੁਣ ਵੀ ਨਾ ਸੰਭਲੇ ਤਾਂ ਆਪਣਾ ਰਾਜਨੀਤੀ ਦੇ ਵਿੱਚੋਂ ਬਾਹਰ ਜਾਣਾ, ਹਾਸ਼ੀਏ ਦੇ ਉੱਤੇ ਜਾਣਾ ਤੈਅ ਆ। ਸੋ ਜਿਹੜੀਆਂ ਵੀ ਸਿਆਸੀ ਪਾਰਟੀਆਂ ਗੱਲ ਕਹਿਣੀਆਂ ਵੀ ਭਾਈ ਅਸੀਂ ਸਰਕਾਰ ਬਣਾਉਣ ਦੇ ਸਮਰੱਥ ਹੋਵਾਂਗੇ, ਆਉਂਦੇ ਸਮੇਂ 'ਚ ਸਾਡੀ ਬੱਲੇ ਬੱਲੇ ਹੋਊਗੀ, ਉਹ ਬੱਲੇ ਬੱਲੇ ਵਾਲੇ ਭਾਈ ਕੰਮ ਕਰਨੇ ਸ਼ੁਰੂ ਕਰ ਦੇਣ, ਨਵੀਂ ਜਿਹੜੀ ਆ ਉਹ ਭਰਤੀ ਕਰਨ, ਨਵੇਂ ਲੋਕਾਂ ਨੂੰ ਅੱਗੇ ਲੈ ਕੇ ਆਉਣ, ਨਵੇਂ ਲੋਕਾਂ ਦੇ ਉੱਤੇ ਭਰੋਸਾ ਵੀ ਕਰਨ, ਇਮਾਨਦਾਰ ਮਿਹਨਤੀ ਚੁਣਨ। ਤੇ ਜੇਕਰ ਆਪਾਂ ਇਹ ਗੱਲ ਕਵਾਂਗੇ ਜੀ ਕਿ ਐਂ ਬਸ ਸਾਡੇ ਕੋਲੇ ਤਾਂ ਬਸ ਸਭ ਕੁਝ ਹੈਗਾ, ਸਾਨੂੰ ਤਜਰਬਾ ਹੈ, ਉਹਦੀ ਕਦਰ ਕਰਦੇ, ਪਰ ਰਾਜਨੀਤੀ ਦਾ ਪ੍ਰਸੰਗ ਬਦਲ ਗਿਆ ਜੀ। ਹੁਣ ਉਹ ਦੌਰ ਗਿਆ ਵੀ ਜਦੋਂ ਚਿਹਰੇ ਦੇ ਸਿਰ ਦੇ ਉੱਤੇ ਵੋਟਾਂ ਪੈਣੀਆਂ ਸੀ, ਅੱਜ ਇੱਕ ਮੋਬਾਈਲ ਮਕੈਨਿਕ ਨੂੰ ਵੀ ਵੋਟ ਪੈਂਦੀ ਆ, ਅੱਜ ਉਹ ਵੀ ਬੰਦਾ ਵੱਡੇ ਵੱਡੇ ਫੰਨੇ ਖਾਂ ਹਰਾਉਂਦਾ, ਅੱਜ ਇੱਕ ਸਧਾਰਨ ਫੋਟੋਗ੍ਰਾਫਰ ਵੀ ਜਿੱਤ ਜਾਂਦਾ, ਅੱਜ ਇੱਕ ਲਹਿਰ ਬਣਦੀ ਆ। ਉਹ ਲਹਿਰ ਤੁਹਾਡੇ ਹੱਕ ਦੇ ਵਿੱਚ ਕਿਉਂ ਬਣੇ ਤੇ ਕਿੰਨੀ ਕੁ ਬਣਦੀ ਆ, ਇਹਦੇ ਵੱਲ ਖਿਆਲ ਕਰਨਾ ਪਊਗਾ। ਜੀ ਨਾਲੇ ਮੈਨੂੰ ਇਹ ਲੱਗਦਾ ਟਾਣਾ ਸਾਹਿਬ ਵੀ ਜਿਹੜੀ ਵੀ ਪਾਰਟੀ, ਜਿਹੜਾ ਵੀ ਬੰਦਾ ਕੁਝ ਚੰਗਾ ਕਰ ਰਿਹਾ ਹੋਏ ਨਾ, ਉਹਦੇ ਤੋਂ ਹਰ ਇੱਕ ਨੂੰ ਕੁਝ ਨਾ ਕੁਝ ਸਿੱਖਣਾ ਚਾਹੀਦਾ। ਇਹ ਨਹੀਂ ਵੀ ਜੇ ਆਪਾਂ ਉਹਦੇ ਤੋਂ ਵਿਰੋਧੀ ਪਾਰਟੀ ਦੇ ਵਿੱਚ ਆ ਜਾਂ ਵਿਰੋਧ ਦੇ ਵਿੱਚ ਆ ਤੇ ਆਪਾਂ ਉਹਦੀ ਚੰਗੀ ਚੀਜ਼ ਜਿਹੜੀ ਆ ਉਹ ਸਿੱਖਣੀ ਨਹੀਂ, ਹਮੇਸ਼ਾ ਉਹਨੂੰ ਗਲਤ ਹੀ ਕਹੀ ਜਾਣਾ ਵੀ ਨਹੀਂ ਆਹ ਤਾਂ ਇੱਥੇ ਗਲਤ ਨੇ, ਆਹ ਤਾਂ ਪਾਰਟੀ ਇੱਥੇ ਗਲਤ ਆ, ਇਹਨਾਂ ਤੋਂ ਤਾਂ ਆਹ ਗਲਤੀ ਹੋਈ ਹੈ। ਜਿੱਥੋਂ ਵੀ ਸਿੱਖਣ ਨੂੰ ਮਿਲੇ ਉੱਥੋਂ ਸਿੱਖ ਲੈਣਾ ਚਾਹੀਦਾ, ਹੋ ਸਕਦਾ ਉਹਦੇ ਨਾਲ ਆਪਣੇ ਅੰਦਰ ਸੁਧਾਰ ਹੋ ਜਾਵੇ। ਬਿਲਕੁਲ ਸਹੀ। ਲਓ ਵੀ ਹਾਜ਼ਰ ਹੈ ਜੱਜ ਦਾ ਵਿਚਾਰ। ਹਰਮਨ ਜੀ, ਲੋਕਾਂ ਦੇ ਵਿੱਚ ਗੁੱਸਾ ਇੰਨਾ ਵੱਧ ਗਿਆ ਵੀ ਕਦੇ ਕਦੇ ਹੈਰਾਨੀ ਹੁੰਦੀ ਹੈ ਵੀ ਯਾਰ ਇਹ ਕਿਸੇ ਦਾ ਥੋੜੀ ਕੁਝ ਵਿਗਾੜਦੇ ਆ, ਆਪਦਾ ਹੀ ਨੁਕਸਾਨ ਕਰੀ ਜਾਂਦੇ ਆ। ਸੱਚ ਹੈ, ਸਾਰੀ ਉਮਰ ਦੇ ਲਈ ਨੁਕਸਾਨ ਕਰ ਬੈਂਦੇ ਆ। ਆ ਮਾਲਵੇ ਦੇ ਵਿੱਚੋਂ ਪਿਛਲੇ ਦਿਨੀ ਖਬਰ ਆਈ, ਜ਼ਮੀਨ ਦੇ ਇੱਕ ਛੋਟੇ ਜਿਹੇ ਟੋਟੇ ਦੀ ਖਾਤਰ ਪਿਓ ਪੁੱਤ ਦੀ ਆਪਸ ਦੇ ਵਿੱਚ ਲੜਾਈ ਰਹਿੰਦੀ ਸੀ ਤੇ ਲੜਾਈ ਹੌਲੀ ਹੌਲੀ ਹਿੰਸਕ ਹੋ ਗਈ, ਯਾਨੀ ਕਿ ਮੁੰਡਾ ਤੇ ਪਿਓ ਆਪਸ ਦੇ ਵਿੱਚ ਜ਼ਮੀਨ ਦੇ ਟੋਟੇ ਲਈ ਲੜਦੇ ਹੁੰਦੇ ਸੀ। ਪੁੱਤ ਨੂੰ ਇਸ ਗੱਲ ਦਾ ਡਰ ਸੀ ਵੀ ਕਿਤੇ ਮੇਰਾ ਬਾਪੂ ਭੈਣਾਂ ਨੂੰ, ਯਾਨੀ ਕਿ ਉਹਦੀਆਂ ਭੈਣਾਂ ਨੂੰ ਤੇ ਆਪਣੀਆਂ ਧੀਆਂ ਨੂੰ ਨਾ ਕੁਛ ਦੇ ਦੇਵੇ, ਇਹ ਜਿਹੜਾ ਜ਼ਮੀਨ ਦਾ ਟੋਟਾ, ਇਸ ਕਰਕੇ ਛੇਤੀ ਮੈਂ ਉਹਦੇ ਨਾਲ ਵਾਲਾ। ਲੜਾਈ ਇੱਕ ਦਿਨ ਇਸ ਕਦਰ ਵੱਧ ਗਈ ਵੀ ਪੁੱਤ ਨੇ ਇੱਕ ਦਿਨ ਬੰਦੂਕ ਚੱਕ ਲਈ ਤੇ ਆਪਦੇ ਪਿਓ ਦੇ ਵੱਲ ਤਾਣ ਲਈ। ਉਹ ਗੋਲੀ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਤੇ ਉਹਦਾ 14 ਸਾਲ ਦਾ ਮੁੰਡਾ ਜਿਹੜਾ ਉਹ ਵਿਚਾਲੇ ਆ ਗਿਆ ਤੇ ਉਹਨੇ ਘੋੜਾ ਦਬਤਾ ਤੇ ਮੁੰਡੇ ਦੀ ਥਾਂ ਮੌਤ ਹੋ ਗਈ 14 ਸਾਲ ਦੇ ਦੀ। ਹੁਣ ਦੱਸੋ ਵੀ ਇਹ ਜ਼ਮੀਨ ਦੇ ਟੋਟੇ ਨੂੰ ਕੀ ਅੱਗ ਲਾਉਣੀ ਹੈ? ਕੌਣ ਸਮਝਾਵੇ? ਇੱਕ ਛੋਟੇ ਜਿਹੇ ਟੋਟੇ ਦੀ ਖਾਤਰ ਤੁਸੀਂ ਘਰ ਦੇ ਵਿੱਚ ਆਹ ਕੁਝ ਕਰਦੇ, ਯਾਰ ਭੁੱਖੇ ਮਰਦੇ ਆ, ਤਬਾਹ ਹੋ ਗਏ ਆਪਾਂ, ਦੇ ਦੂ ਤਾਂ ਦੇ ਦੇਵੇ, ਫਿਰ ਕੀ ਹੁੰਦਾ? ਸਬਰ ਹੈ ਨਹੀਂ ਨਾ, ਸੰਤੋਖ ਹੈ ਨਹੀਂ ਆਪਣੇ ਅੰਦਰ। ਕੋਈ ਨਾ ਕੋਈ ਕਾਰਨ ਤਾਂ ਇਹੋ ਜਿਹੇ ਰਹੇ ਹੋਣਗੇ ਟਾਣਾ ਸਾਹਿਬ ਵੀ ਜਿਹੜਾ ਬਾਪ ਆਪਣੀ ਜ਼ਮੀਨ ਆਪਣੀਆਂ ਧੀਆਂ ਨੂੰ ਦੇਣਾ ਚਾਹੁੰਦਾ ਸੀ, ਕੋਈ ਵੀ ਕਾਰਨ ਹੋਵੇ, ਭਾਵੇਂ ਉਹ ਧੀ ਪੁੱਤ ਦੇ ਉਹਦੀ ਮੋਹ ਦੇ ਰੂਪ ਦੇ ਵਿੱਚ ਹੋਵੇ, ਜਿੱਦੀ ਉਹ ਚੀਜ਼ ਆ ਉਹਦੀ ਮਰਜ਼ੀ ਹੈ ਵੀ ਉਹਨੇ ਕਿਹਨੂੰ ਦੇਣੀ ਹੈ। ਪਰ ਤੁਹਾਡਾ ਆਪਣਾ ਫਰਜ਼ ਕੀ ਆ? ਤੁਸੀਂ ਇਹਦੇ ਤੇ ਪਹਿਰਾ ਕਿਉਂ ਨਹੀਂ ਦਿੰਦੇ? ਜੀ ਹੁਣ ਘਰ ਦਾ ਘਰ ਉੱਜੜ ਗਿਆ, ਸਾਰਾ ਪੁੱਤ ਜਹਾਨੋਂ ਚਲ ਗਿਆ, 14 ਸਾਲ ਦਾ ਪੁੱਤ ਆਪਦਾ ਮਾਰ ਲਿਆ ਜੀ, ਆਪ ਹੁਣ ਜੇਲ੍ਹ 'ਚ ਜਾਊ ਤੇ ਬਾਪ ਆ ਜਿਹੜਾ ਉਹਦਾ ਪਤਾ ਕੋਈ ਨਹੀਂ, ਵਸਾ ਕੋਈ ਨਹੀਂ ਵੀ ਭਾਈ 10 ਸਾਲ ਕੱਢੇ, 4 ਸਾਲ ਕੱਢੇ, ਕਿੰਨਾ ਚਿਰ ਕੱਢੇ, ਬੁਢਾਪਾ ਰੁਲ ਗਿਆ। ਬਿਲਕੁਲ। ਔਰ ਇਹ ਬਾਅਦ ਚ ਸਿਰਫ ਬੰਦੇ ਦੇ ਹੱਥ ਪਛਤਾਵੇ ਹੀ ਰਹਿ ਜਾਂਦਾ ਵੀ ਉਦੋਂ ਜੇ ਐ ਨਾ ਹੁੰਦਾ, ਜੇ ਕਿਤੇ ਐ ਨਾ ਹੁੰਦਾ, ਜੇ ਕਦੇ ਨਹੀਂ ਹੱਥ ਆਉਂਦੀ। ਇਹੋ ਜਿਹੀਆਂ ਅਸੀਂ ਮੂਰਖਮਤੀਆਂ ਕਰਦੇ ਆ। ਹੁਣ ਉਸ ਤੋਂ ਅਗਲੀ ਗੱਲ ਕਰ ਲਓ, ਡੇਰਾ ਬੱਸੀ ਦੇ ਵਿੱਚ ਪਿਛਲੇ ਦਿਨੀ ਪੁਲਿਸ ਦੇ ਨਾਲ ਕਿਸੇ ਗੱਲੋਂ ਤੂੰ ਮੈਂ ਹੋ ਗਈ ਨੌਜਵਾਨਾਂ ਦੀ। ਇਹ ਪੁਲਿਸ ਦਾ ਫਰਜ਼ ਬਣਦਾ ਵੀ ਉੱਥੇ ਮੌਕੇ ਨੂੰ ਸਹੀ ਤਰੀਕੇ ਨਾਲ ਸੰਭਾਲੇ, ਪਰ ਗੁੱਸੇ ਦੇ ਵਿੱਚ ਆਏ ਇੱਕ ਉੱਥੇ ਪੁਲਿਸ ਅਧਿਕਾਰੀ ਦੇ ਵੱਲੋਂ ਗੋਲੀ ਚਲਾ ਦਿੱਤੀ ਗਈ। ਉਹ ਇੱਕ ਨੌਜਵਾਨ ਦੇ ਪੈਰ ਦੇ ਉੱਤੇ ਗੋਲੀ ਮਾਰ ਦਿੰਦਾ, ਉਹ ਮੁੰਡਾ ਜਿਹੜਾ ਦਰਦ ਦੇ ਨਾਲ ਕੁਰਲਾਉਂਦਾ, ਤੜਫਦਾ, ਤੇ ਹੁਣ ਉਹਨੂੰ ਸਸਪੈਂਡ ਕੀਤਾ ਗਿਆ ਉਸ ਪੁਲਿਸ ਮੁਲਾਜ਼ਮ ਨੂੰ। ਯਾਰ ਹੁਣ ਪਤਾ ਨਹੀਂ ਕੀ ਬਣੂਗਾ ਅੱਗੇ, ਕੀ ਨਹੀਂ ਬਣਨਾ, ਪਰ ਆਪਾਂ ਐਦਾਂ ਮਸਲੇ ਨੂੰ ਕਾਬੂ ਕਰਦੇ ਆ, ਹਾਲਾਤ ਨੂੰ ਆਪਾਂ ਇਸ ਰੂਪ ਦੇ ਵਿੱਚ ਕਾਬੂ ਕਰਿਆ ਕਰਾਂਗੇ। ਇਹਦੇ ਵੱਲ ਵੀ ਖਿਆਲ ਕਰਨਾ ਚਾਹੀਦਾ ਕਿ ਆਮ ਲੋਕ ਤਾਂ ਆਮ ਲੋਕ ਆ ਜੀ, ਆਮ ਲੋਕ ਮੂਰਖਮਤੀਆਂ ਵੀ ਕਰਦੇ, ਆਮ ਲੋਕ ਉਮੀਦਾਂ ਵੀ ਕਰਦੇ, ਆਮ ਲੋਕ ਸਿਆਣੇ ਵੀ ਆ, ਪਰ ਤੁਹਾਡੇ ਤੋਂ ਆਸ ਇਹ ਆ ਵੀ ਵਿਗੜੇ ਹੋਏ ਮਸਲੇ ਨੂੰ ਢੁਕਵੇਂ ਤਰੀਕੇ ਨਾਲ ਹੱਲ ਕਰਨਾ, ਗੋਲੀਆਂ ਚਲਾ ਕੇ ਨਹੀਂ। ਟਾਣਾ ਸਾਹਿਬ ਮੈਨੂੰ ਇਹ ਲੱਗਦਾ ਨਾ ਵੀ ਹੁਣ ਨਾ ਵੱਡੇ ਪੱਧਰ ਦੇ ਉੱਪਰ ਪੰਜਾਬ ਪੂਰੇ ਦੇ ਵਿੱਚ ਨਾ ਕਾਉਂਸਲਿੰਗ ਸੈਂਟਰਸ ਦੀ ਲੋੜ ਆ, ਜਿੱਥੇ ਆਮ ਲੋਕ ਵੀ ਜਾ ਸਕਣ। ਕਾਉਂਸਲਿੰਗ ਸੈਂਟਰ ਤਾਂ ਕਾਮਯਾਬ ਹੋਣਗੇ ਜੇਕਰ ਅਸੀਂ ਆਪ ਦੇ ਬਾਰੇ ਇਹ ਮੰਨਾਂਗੇ ਵੀ ਸਾਨੂੰ ਇਸ ਗੱਲ ਦਾ ਨਹੀਂ ਪਤਾ, ਇੱਥੇ ਤਾਂ ਹਰ ਬੰਦਾ ਸਿਆਣਾ। ਵੈਸੇ ਵੀ ਟਾਣਾ ਸਾਹਿਬ ਉੱਥੇ ਘੱਟੋ ਘੱਟ ਸਾਨੂੰ ਇਹ ਤਾਂ ਪਤਾ ਹੋਊਗਾ ਨਾ ਵੀ ਸਾਡਾ ਪਰਿਵਾਰਕ ਜੀ ਇੱਥੇ ਗਲਤ ਹੈ, ਜਾਂ ਜਿੰਨੇ ਵੀ ਮੁਲਾਜ਼ਮ ਨੇ ਖਾਸ ਤੌਰ ਤੇ ਉਹਨਾਂ ਦੀ ਉੱਥੇ ਕਾਉਂਸਲਿੰਗ ਹੋਣੀ ਚਾਹੀਦੀ ਹੈ, ਚਾਹੇ ਕੋਈ ਪ੍ਰਾਈਵੇਟਲੀ ਨੌਕਰੀ ਕਰਦਾ, ਨਿੱਜੀ ਕਿਸੇ ਕਹਿ ਲਓ ਵੀ ਅਦਾਰੇ ਦੇ ਵਿੱਚ ਕੰਮ ਕਰਦਾ, ਜਾਂ ਫਿਰ ਸਰਕਾਰੀ ਅਦਾਰੇ 'ਚ ਕੰਮ ਕਰਦਾ, ਕਿਉਂਕਿ ਕੰਮ ਦਾ ਪ੍ਰੈਸ਼ਰ
ਬੰਦੇ ਨੂੰ ਕਈ ਵਾਰ ਬਹੁਤ ਜ਼ਿਆਦਾ ਮਧੋਲ ਦਿੰਦਾ ਹੈ ਨਾ। ਤੇ ਉਹ ਕਾਉਂਸਲਿੰਗ ਸੈਂਟਰਸ ਦੇ ਵਿੱਚ ਜਾ ਕੇ ਉਹਨਾਂ ਦੇ ਨਾਲ ਗੱਲਬਾਤ ਹੋਣੀ ਚਾਹੀਦੀ ਤਾਂ ਜੋ ਆਪਣੇ ਆਪ ਨੂੰ ਹਲਕਾ ਮਹਿਸੂਸ ਕਰਨ। ਹਰ ਇੱਕ ਬੰਦਾ ਇਸ ਵੇਲੇ ਇੱਕ ਤਣਾਅ ਦਾ ਸ਼ਿਕਾਰ ਹੈ, ਹਰ ਇੱਕ ਬੰਦਾ ਇਸ ਵੇਲੇ ਇੱਕ ਪ੍ਰੈਸ਼ਰ ਦੇ ਵਿੱਚ ਆਇਆ ਹੋਇਆ ਹੈ। ਹਰ ਇੱਕ ਬੰਦੇ ਨੂੰ ਐ ਲੱਗਦਾ ਵੀ ਪਤਾ ਨਹੀਂ ਵੀ ਮੇਰੇ ਤੇ ਹੀ ਸਾਰਾ ਵਰਕਲੋਡ ਪਿਆ ਹੋਇਆ, ਬਾਕੀ ਸਾਰੇ ਤਾਂ ਏਦਾਂ ਹੀ ਵਿਹਲੇ ਤੁਰੇ ਫਿਰਦੇ ਨੇ। ਸੋ ਇਹਨਾਂ ਗੱਲਾਂ ਦੇ ਹੱਲ ਦੇ ਲਈ ਮੈਨੂੰ ਲੱਗਦਾ ਕਾਉਂਸਲਿੰਗ ਸੈਂਟਰਸ ਜ਼ਰੂਰ ਹੋਣੇ ਚਾਹੀਦੇ ਨੇ, ਜਿੱਥੇ ਜਾ ਕੇ ਤੁਸੀਂ ਆਪਦੀ ਜਿਹੜੀ ਸਮੱਸਿਆ ਆ ਉਹਦਾ ਢੁਕਵਾਂ ਹੱਲ ਲੱਭ ਸਕੋ, ਤੁਸੀਂ ਕਿਸੇ ਨਾਲ ਗੱਲਬਾਤ ਕਰ ਸਕੋ। ਹੁਣ ਇੱਕ ਬਰੇਲੀ ਦੀ ਖਬਰ ਆਈ ਹੈ, ਬਰੇਲੀ ਦੇ ਵਿੱਚ ਵੀ ਇਹੋ ਕੁਝ ਹੋਇਆ ਜੀ। ਇੱਕ ਮੁੰਡੇ ਨੇ ਇੱਕ ਹੋਟਲ ਜਾਂ ਢਾਬੇ ਦੇ ਉੱਤੇ 140 ਜਾਂ 150 ਰੋਟੀਆਂ ਦੇ ਲਈ ਕਹਿਤਾ ਵੀ ਭਾਈ ਸਾਨੂੰ ਚਾਹੀਦੀਆਂ, ਸ਼ਾਇਦ ਕੋਈ ਘਰੇ ਪਾਰਟੀ ਹੋਵੇ ਜੀ, ਕੁਝ ਵੀ ਸ਼ਾਇਦ ਕੋਈ ਘਰੇ ਕੋਈ ਸਮਾਗਮ ਹੋਵੇ ਜਾਂ ਕੋਈ ਟੱਬਰ ਦੇ ਜੀ ਜ਼ਿਆਦਾ ਹੁਣ ਪਤਾ ਨਹੀਂ ਕੀ ਕੁਝ ਹੋਊਗਾ। ਲਓ ਜੀ, ਜਦੋਂ ਉਹ ਕੁਝ ਕੁ ਦੇਰ ਬਾਅਦ ਰੋਟੀਆਂ ਲੈਣ ਗਿਆ ਉਹਨੂੰ 40 ਮਿਲ ਗਈਆਂ। ਅੱਛਾ ਜੀ। ਉਹ ਕਹਿੰਦੇ ਵੀ ਬਾਕੀ ਬਾਅਦ ਦੇ ਵਿੱਚ ਆ ਕੇ ਲੈ ਜੀ। ਇਹ ਵੀ ਗੱਲ ਮੰਨ ਗਏ ਵੀ ਚਲੋ ਮੌਕੇ ਤੇ ਆਟਾ ਗੁੰਨਣ ਵਾਲਾ ਰਹਿ ਗਿਆ, ਤੰਦੂਰ ਠੰਡਾ ਹੋ ਗਿਆ, ਜਿਹੜਾ ਰੋਟੀ ਲਾਉਣ ਵਾਲਾ ਉਹ ਕਿਤੇ ਚਲਾ ਗਿਆ ਜਾਂ ਕੋਈ ਵੀ ਕਾਰਨ ਹੋਊਗਾ। ਉਹ ਕੁਝ ਕੁ ਦੇਰ ਬਾਅਦ ਆਪਦੇ ਭਰਾ ਦੇ ਨਾਲ ਫਿਰ ਉੱਥੇ ਜਾਂਦਾ ਵੀ ਰੋਟੀ, ਉਹ ਕਹਿੰਦੇ ਰੋਟੀ ਨਹੀਂ ਬਣਨੀਗੀ। ਕਿਉਂ? ਪਤਾ ਨਹੀਂ ਕੀ ਕਾਰਨ ਹੋਊਗਾ। ਹਾਂਜੀ। ਉਹ ਕਹਿੰਦੇ ਵੀ ਯਾਰ ਅਸੀਂ ਕਿਸੇ ਹੋਰ ਕੋਲੇ ਵੀ ਨਹੀਂ ਗਏ ਤੇ ਸਾਡੇ ਤਾਂ ਬੰਦੇ ਭੁੱਖੇ ਬੈਠੇ ਆ। ਇਹ ਗੱਲ ਹੌਲੀ ਹੌਲੀ ਤੂੰ ਮੈਂ ਕਰਦੀ ਲੜਾਈ ਝਗੜੇ ਵਾਲੀ ਬਣ ਗਈ। ਹੋਟਲ ਦੇ ਮਾਲਕ ਨੇ ਤੇ ਉਹਦੇ ਕਰਮਚਾਰੀਆਂ ਨੇ ਕੁੱਟ-ਕੁੱਟ ਕੇ ਮੁੰਡਾ ਮਾਰਤਾ। ਹਾਂ, ਆਹ ਕੁਝ ਸਾਡੇ ਸਮਾਜ 'ਚ ਚੱਲਦਾ। ਜਿਹੜੇ ਲੋਕ ਇਹ ਗੱਲ ਕਹਿੰਦੇ ਹੁੰਦੇ ਨਾ ਵੀ ਹਥਿਆਰ ਤਾਂ ਹਰ ਬੰਦੇ ਕੋਲੇ ਚਾਹੀਦਾ ਹੈ, ਇਹ ਸਮੇਂ ਦੀ ਬੜੀ ਵੱਡੀ ਜ਼ਰੂਰਤ ਹੈ, ਹਥਿਆਰ ਬਿਨਾਂ ਸਾਡੀ ਕਾਹਦੀ ਜ਼ਿੰਦਗੀ ਹੈ, ਇਹ ਬਿਲਕੁਲ ਠੀਕ ਆ, ਹਥਿਆਰ ਸੁਰੱਖਿਆ ਲਈ ਚਾਹੀਦਾ, ਪਰ ਯਾਰ ਅਕਲ ਥੋੜੀ ਬਾਜ਼ਾਰ 'ਚੋਂ ਮਿਲਣੀ ਹੈ। ਇੱਥੇ ਆਪਦਾ ਮੁੰਡਾ ਮਾਰ ਦਿੰਦੇ ਬੰਦੂਕ ਦੇ ਨਾਲ, ਇੱਧਰ ਕੋਈ ਕਿਸੇ ਦੀ ਹਿੱਕ 'ਚ ਵੈਸੇ ਗੋਲੀ ਮਾਰ ਦਿੰਦਾ, ਕੋਈ ਵਿਆਹ ਦੇ ਵਿੱਚ ਫੁਕਰਾ ਜਿਹੜਾ ਉਹ ਗੋਲੀਆਂ ਚਲਾ ਕੇ ਕਿਸੇ ਨੂੰ ਮਾਰ ਦਿੰਦਾ। ਇਹ ਅਕਲ ਕਿੱਥੋਂ ਲੈ ਕੇ ਆਵਾਂਗੇ? ਪਤਾ ਨਹੀਂ ਹੋਈ ਕੀ ਜਾਂਦਾ ਟਾਣਾ ਸਾਹਿਬ। ਇੰਨੀ ਜ਼ਿਆਦਾ ਚਿੰਤਾ ਹੈ, ਇੰਨੀ ਜ਼ਿਆਦਾ ਫਿਕਰ ਹੁੰਦੀ ਹੈ ਕਈ ਵਾਰੀ ਕਿ ਆਖਿਰਕਾਰ ਬਣੂਗਾ ਕੀ। ਸਹਿਣ ਸ਼ਕਤੀ ਖਤਮ ਹੁੰਦੀ ਜਾ ਰਹੀ, ਕੋਈ ਕਿਸੇ ਦੀ ਗੱਲ ਸੁਣ ਕੇ ਰਾਜ਼ੀ ਨਹੀਂ। ਹਰ ਇੱਕ ਬੰਦੇ ਨੂੰ ਆਏ ਆ ਕਿ ਮੈਂ ਸਭ ਤੋਂ ਵੱਧ ਸਿਆਣਾ, ਮੇਰੀ ਸੁਣੋ, ਮੈਂ ਕਿਸੇ ਦੀ ਨਹੀਂ ਸੁਣਨੀ, ਹੈ ਨਾ। ਫਿਰ ਦੂਜੀ ਚੀਜ਼, ਹਰ ਇੱਕ ਬੰਦੇ ਨੂੰ ਇਹ ਲੱਗਦਾ ਕਿ ਮੈਂ ਸਭ ਤੋਂ ਤਾਕਤ ਵਾਲਾ, ਮੇਰੇ ਮੋਰੇ ਕੋਈ ਕੀ ਚੀਜ਼ ਆ, ਹੈ ਨਾ। ਇਹਨਾਂ ਚੀਜ਼ਾਂ ਦੇ ਵਿੱਚ, ਇਹਨਾਂ ਗੱਲਾਂ ਦੇ ਵਿੱਚ ਅਸੀਂ ਪਤਾ ਨਹੀਂ ਕੀ ਕਰ ਬੈਠਦੇ ਆ। ਕਈ ਵਾਰ ਬਾਅਦ ਚ ਸਾਨੂੰ ਸਮਝ ਨਹੀਂ ਆਉਂਦੀ ਵੀ ਮੇਰੇ ਹੱਥੋਂ ਆ ਕੁਝ ਹੋ ਗਿਆ। ਸਹੀ ਗੱਲ ਹੈ। ਸੋ ਇਸ ਲਈ ਬਚੋ, ਸੋਚੋ ਤੇ ਸਮਝੋ, ਆਪਣੇ ਅੰਦਰ ਸਹਿਨਸ਼ੀਲਤਾ ਲੈ ਕੇ ਆਓ, ਇਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਬਿਲਕੁਲ ਸਹੀ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ। ਹਰਮਨ ਜੀ, ਅਸੀਂ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਵਾਰ ਇਹ ਬੇਨਤੀ ਕੀਤੀ ਹੈ ਵੀ ਇਹਨਾਂ ਤਾਂਤਰਿਕਾਂ ਤੋਂ, ਬੂਬਣਿਆਂ ਤੋਂ, ਅਖੌਤੀ ਸਾਧਾਂ ਤੋਂ ਬਚੋ ਜੀ। ਅਸੀਂ ਤਾਂ ਆਪਦੇ ਟੀਵੀ ਦੇ ਉੱਤੇ ਵੀ ਬੇਨਤੀ ਕਰਦੇ ਹਾਂ, ਹਰ ਰੋਜ਼ ਸਕਰੋਲ ਜਿਹਨੂੰ ਪੱਟੀ ਕਹਿੰਦੇ ਆ, ਇਹ ਚਲਾਉਣੇ ਜੀ ਕਿ ਅਸੀਂ ਚੈਨਲ ਦੇ ਉੱਤੇ ਤਾਂਤਰਿਕਾਂ ਦੀ, ਜੋਤਸ਼ੀਆਂ ਦੀ ਐਡ ਨਹੀਂ ਚਲਾਉਂਦੇ, ਇਸ਼ਤਿਹਾਰਬਾਜ਼ੀ ਨਹੀਂ ਕਰਦੇ। ਤੇ ਬਾਕੀਆਂ ਨੂੰ ਵੀ ਬੇਨਤੀ ਆ, ਉੱਤੇ ਤਾਂ ਲਿਖਿਆ ਹੁੰਦਾ ਜੀ ਕਿ 15 ਮਿੰਟਾਂ ਦੇ ਵਿੱਚ ਸੌਂਕਣ ਲਿਟਦੀ ਵੇਖੋ। ਉੱਤੇ ਕਿਸੇ ਚੈਨਲ ਤੇ ਲਿਖਿਆ ਹੁੰਦਾ 15 ਮਿੰਟਾਂ ਦੇ ਵਿੱਚ ਵਿਗੜੇ ਕੰਮ ਚੁਟਕੀ ਦੇ ਨਾਲ ਹੱਲ ਕਰਵਾਓ। ਹਾਂਜੀ। ਤੇ ਨਾਲ ਖਬਰ ਚੱਲ ਰਹੀ ਹੁੰਦੀ ਆ ਪੰਜਾਬ ਦੇ ਮਸਲੇ ਕਦੋਂ ਹੱਲ ਹੋਣਗੇ। ਫਲਾਣੇ ਨੇਤਾ ਨੇ ਗੱਲ ਕਹੀ ਵੀ ਪੰਜਾਬ ਦੇ ਮਸਲੇ ਫਲਾਣੇ ਨੇ ਠੀਕ ਨਹੀਂ ਕੀਤੇ, ਫਿਰ ਉਹ ਤਾਂਤਰਿਕਾਂ ਤੋਂ ਕਰਾ ਲਓ। ਤੇ ਨਾਲੇ ਉਹ ਪਹਿਲਾਂ ਆਪਦਾ ਮਸਲਾ ਹੱਲ ਕਰੇ ਵੀ ਭਾਈ ਨੋਟਾਂ ਦੇ ਢੇਰ ਢੂਰ ਲਾ ਲਵੇ, ਕੋਈ ਤੰਤਰ ਮੰਤਰ ਮਾਰੇ ਨਾ ਜਦੋਂ ਸੌਂਕਣ ਲਿਟਦੀ ਵੇਖਣੀ ਆ, ਤੇ ਬਾਅਦ ਦੇ ਵਿੱਚ ਕੋਈ ਲਿਆਵੇ ਨੋਟ ਆਪਦੇ ਤੇ ਇੱਥੇ ਇਸ਼ਤਿਹਾਰ ਲਵਾਉਣ ਦੀ ਕੀ ਲੋੜ ਆ। ਲੋਕ ਵੀ ਤਾਂ ਨਹੀਂ ਹਟਦੇ ਨਾ ਟਾਣਾ ਸਾਹਿਬ, ਲੋਕ ਵੀ ਤਾਂ ਇਹਨਾਂ ਦੇ ਕੋਲ ਜਾਂਦੇ ਨੇ ਤਾਂ ਉਹਨਾਂ ਦੀਆਂ ਦੁਕਾਨਦਾਰੀਆਂ ਚੱਲਦੀਆਂ। ਹੁਣ ਜਿਹੜਾ ਬੰਦਾ ਐਡੀ ਵੱਡੀ ਐਡ ਦੇ ਰਿਹਾ, ਉਹਦੇ ਪਿੱਛੇ ਕੋਈ ਮਾਇਆ ਵੀ ਤਾਂ ਖਰਚ ਰਿਹਾ, ਤੇ ਮਾਇਆ ਕਿੱਥੋਂ ਆਈ? ਇਹ ਲੋਕਾਂ ਨੇ ਜਾ ਕੇ ਦਿੱਤੀ ਹੈ ਨਾ, ਤੇ ਇਹ ਤਾਂ ਲੋਕਾਂ ਨੂੰ ਸਮਝ ਚਾਹੀਦੀ। ਆਪੇ ਜਾਣੋ ਹਟ ਜਾਣਗੇ ਤਾਂ ਉਹਨਾਂ ਦੀਆਂ ਦੁਕਾਨਾਂ ਬੰਦ ਹੋ ਜਾਣਗੀਆਂ। ਪਰ ਨਹੀਂ, ਸਾਨੂੰ ਤਾਂ ਇਹ ਲੱਗਦਾ ਹੈ ਕਿ ਜਿੰਨੀ ਛੇਤੀ ਉਹ ਹੱਲ ਕਰ ਸਕਦਾ, ਦੁਨੀਆ ਦੇ ਵਿੱਚ ਕਿਤੇ ਹੱਲ ਹੀ ਨਹੀਂ ਹੋਣਾ। ਤਾਂਤਰਿਕ ਇਹ ਜਗਾੜੂ ਜੇ ਬਾਹਰਲੇ ਮੁਲਕਾਂ 'ਚ ਵੀ ਚਲੇ ਗਏ ਆ, ਉਹ ਕਹਿੰਦੇ ਫੋਟੋ ਤੇ ਮਸਲਾ ਹੱਲ ਕਰਵਾਓ। ਹਾਂਜੀ। ਤੇ ਭਾਈ ਫੋਟੋ ਦੇ ਉੱਤੇ ਫਿਰ ਸਾਡੀਆਂ ਸਰਕਾਰਾਂ ਤੋਂ ਮੰਗਾਂ ਮਨਵਾ ਦਿਓ। ਮੁੱਖ ਮੰਤਰੀ ਦੀ, ਪ੍ਰਧਾਨ ਮੰਤਰੀ ਦੀ, ਬਾਕੀ ਨੇਤਾਵਾਂ ਦੀ ਫੋਟੋ ਤੁਸੀਂ ਗੂਗਲ ਤੋਂ ਚੱਕੋ ਤੇ ਭਾਰਤ ਦੇ ਮਸਲੇ ਹੱਲ ਕਰ ਦਿਓ। ਤੇ ਹਰ ਕਿਸੇ ਨੂੰ ਡੀਸੀ ਲਵਾ ਦਿਓ। ਫਿਰ ਕੋਈ ਛੋਟੀ ਮੋਟੀ ਨੌਕਰੀ ਕਾਤੇ ਦਵਾਉਣੀ ਹੈ ਨਾ, ਵੀ ਹਰ ਇੱਕ ਬੰਦਾ ਉੱਚੇ ਅਹੁਦੇ ਤੇ ਉੱਪਰ ਹੋਵੇ, ਸਰਕਾਰੀ ਨੌਕਰੀਆਂ ਕੋਲ ਹੋਣ ਤੇ ਐਸ਼ ਕਰਦਾ ਹੋਵੇ। ਕਹਿਣਗੇ ਗ੍ਰਹਿ ਪਲਟ ਦੇਗੇ, ਗ੍ਰਹਿ ਨਹੀਂ ਪਲਟਦੇ, ਗਰੋਹ ਲੱਗੇ ਆ। ਏਦਾਂ ਦੀ ਗੱਲ ਆ। ਪਰ ਹੁਣ ਜਿਹੜੀ ਖਬਰ ਆਈ ਆ ਇਹ ਬੜੀ ਦੁਖਦਾਈ ਆ। ਇਹ ਮਹਾਰਾਸ਼ਟਰ ਦੇ ਸਾਂਗਲੀ ਖੇਤਰ ਤੋਂ ਆਈ ਆ। 20 ਜੂਨ ਨੂੰ ਇੱਕ ਟੱਬਰ ਦੇ 9 ਜੀਆਂ ਦੀ ਮੌਤ ਹੋਈ। ਅੱਛਾ ਜੀ। 9 ਜੀਆਂ ਦੀ। ਜੀ। ਆਂਢ ਗੁਆਂਢ ਦੇ ਲੋਕਾਂ ਨੂੰ ਫਿਕਰ ਹੋਈ ਵੀ ਅੱਜ ਯਾਰ ਇਸ ਘਰ ਦੇ ਵਿੱਚੋਂ ਕੋਈ ਬਾਹਰ ਨਹੀਂ ਨਿਕਲਿਆ। ਇਹ 20 ਜੂਨ ਦੀ ਗੱਲ ਆ। ਲਓ ਜੀ, ਉਹਨਾਂ ਨੇ ਫੋਨ ਖੜਕਾਉਣੇ ਸ਼ੁਰੂ ਕੀਤੇ ਵੀ ਚਲੋ ਇਹਨੂੰ ਕਰਦੇ ਆ ਫੋਨ, ਇਹਨੂੰ ਕਰਦੇ ਆ, ਵੀ ਕੋਈ ਬੰਦੇ ਦੇ ਮਨ 'ਚ ਹੁੰਦਾ ਵੀ ਯਾਰ ਅੱਜ ਇਹਨਾਂ ਦਾ ਬੂਹਾ ਹੀ ਨਹੀਂ ਖੁੱਲਿਆ। ਕਿਸੇ ਨੇ ਫੋਨ ਨਹੀਂ ਚੱਕਿਆ 8-9 ਦੇ ਵਿੱਚੋਂ। ਫਿਰ ਲੋਕ ਅੰਦਰ ਗਏ ਤੇ ਲੋਕਾਂ ਨੇ ਦੇਖਿਆ ਵੀ 9 ਜਣਿਆਂ ਦੀਆਂ ਲਾਸ਼ਾਂ ਪਈਆਂ। ਹੁਣ ਇਸ ਗੱਲ ਦਾ ਭੇਤ ਖੁੱਲਿਆ ਵੀ ਇੱਕ ਤਾਂਤਰਿਕ ਨੇ ਜ਼ਹਿਰੀਲੀ ਚਾਹ ਪਿਆ ਕੇ ਸਾਰਿਆਂ ਨੂੰ ਮਾਰਤਾ। ਓਹੋ। ਇੱਕ ਤਾਂਤਰਿਕ ਇਹਨਾਂ ਦੇ ਘਰ ਦੇ ਵਿੱਚ ਆਉਂਦਾ ਜਾਂਦਾ ਸੀ। ਹਾਂਜੀ। 2 ਭਰਾ ਰਹਿੰਦੇ ਨਾਲ ਘਰ ਆ,
ਤੇ ਉਹ ਨਾ ਕਹਿੰਦਾ ਵੀ ਤੁਹਾਡੇ ਘਰ ਦੇ ਵਿੱਚ ਖਜ਼ਾਨਾ ਦੱਬਿਆ ਹੋਇਆ, ਅੱਛਾ ਜੀ, ਤੁਸੀਂ ਸਾਰੇ ਜਣੇ 9 ਦੇ 9 ਜੀ, ਨਿਆਣੇ ਸਿਆਣੇ ਸਾਰੇ ਜਣੇ ਬੰਦੇ ਬੁੜੀਆਂ ਛੱਤ ਤੇ ਚਲੇ ਜਾਓ, ਫਿਰ ਤੁਹਾਨੂੰ ਕੱਲੇ ਕੱਲੇ ਨੂੰ ਬੁਲਾਵਾਂਗੇ, ਕੋਈ ਮੰਤਰ ਸ਼ੰਤਰ ਚੱਲਦਾ। ਜਦੋਂ ਉਹ ਥੱਲੇ ਆਈ ਗਏ ਕੱਲਾ ਕੱਲਾ, ਉਹਨੂੰ ਕਹਿ ਕੇ ਵੀ ਆ ਚਾਹ ਪੀ ਤੇ ਇੱਥੇ ਬੈਠ ਜਾ। ਉਹ ਚਾਹ ਪੀਂਦਾ ਸੀ, ਖਤਮ। ਫਿਰ ਕੁਝ ਕੁ ਦੇਰ ਬਾਅਦ ਦੂਜੇ ਨੂੰ ਸੱਦਿਆ, ਚਾਹ ਪੀਤੀ, ਖਤਮ। ਐਂ ਕਰਦੇ ਕਰਦੇ 9 ਜਾਣਿਆਂ ਨੂੰ ਮਾਰਤਾ, ਖਤਮ ਹੋ ਗਏ ਦੋਵੇਂ ਪਰਿਵਾਰ। ਤੇ ਹੁਣ ਪੁਲਿਸ ਦੇ ਵੱਲੋਂ ਗੁੱਥੀ ਸੁਲਝਾਈ ਗਈ ਹੈ ਤੇ ਜਿਹੜਾ ਡਰਾਈਵਰ ਆ ਤੰਤਰਿਕ ਦਾ ਤੇ ਤੰਤਰਿਕ ਦੋਵੇਂ ਜਾਣੇ ਗ੍ਰਿਫਤਾਰ ਕੀਤੇ ਗਏ ਆ। ਇਹ ਸਾਡੇ ਦੇਸ਼ ਦੇ ਵਿੱਚ ਕਰਤੂਤਾਂ ਚੱਲਦੀਆਂ। ਮੇਰੀ ਬੇਨਤੀ ਆ, ਥੋੜਾ ਖਾ ਲਓ, ਇਹਨਾਂ ਤੋਂ ਬਚੋ। ਟਾਣਾ ਸਾਹਿਬ, ਪਤਾ ਨਹੀਂ ਅਸੀਂ ਕਿਉਂ ਇਹਨਾਂ ਚੀਜ਼ਾਂ ਦੇ ਵਿੱਚ ਉਲਝੇ ਹੋਏ ਹਾਂ। ਤੁਹਾਨੂੰ ਚੇਤਾ ਪਿੱਛੇ ਜੇ ਇੱਕ ਖਬਰ ਆਈ ਸੀ ਜਿਹਦੇ ਵਿੱਚ ਬਹੁਤ ਹੀ ਜ਼ਿਆਦਾ ਪੜ੍ਹਿਆ ਲਿਖਿਆ ਪਰਿਵਾਰ ਸੀ, ਉਹਨਾਂ ਨੇ ਆਪਦੀਆਂ ਦੋਵੇਂ ਧੀਆਂ, ਉਹ ਵੀ ਕਿਸੇ ਤਾਂਤਰਿਕ ਦੇ ਮਗਰ ਲੱਗ ਕੇ ਵੀ ਇਹ ਦੁਬਾਰਾ ਉੱਠ ਪੈਣਗੀਆਂ, ਇਹਨਾਂ ਨੂੰ ਤਾਂ ਇਸ ਜਨਮ ਮਰਨ ਦੇ ਉਹਦੇ ਵਿੱਚੋਂ ਬਾਹਰ ਕੱਢਣਾ ਹੈ ਨਾ, ਤੇ ਉਹਦੇ ਕਰਕੇ ਦੋਵੇਂ ਧੀਆਂ ਉਹਨਾਂ ਨੇ ਮਾਰ ਦਿੱਤੀਆਂ ਸੀ, ਜਵਾਨ ਕੁੜੀਆਂ ਮਾਰ ਦਿੱਤੀਆਂ। ਤੇ ਇੰਨਾ ਜ਼ਿਆਦਾ ਦੁੱਖ ਹੋਇਆ ਸੀ ਪੂਰੇ ਮੁਲਕ ਦੇ ਵਿੱਚ, ਇਹ ਖਬਰ ਜਿਹੜੀ ਅੱਗ ਵਾਂਗੂ ਫੈਲੀ ਸੀ, ਹੈ ਨਾ। ਤੇ ਹੁਣ ਆਹ ਖਬਰ, ਮਤਲਬ ਮੈਨੂੰ ਇਹ ਲੱਗਦਾ ਕਿ 2-3 ਮਹੀਨੇ ਪੈਂਦੇ ਨਹੀਂ ਕਿ ਇਹੋ ਜਿਹੀ ਕੋਈ ਨਾ ਕੋਈ ਖਬਰ ਸਾਹਮਣੇ ਆ ਜਾਂਦੀ। ਅਸੀਂ ਕਿਉਂ ਨਹੀਂ ਸਿੱਖਦੇ ਇਹਨਾਂ ਖਬਰਾਂ ਤੋਂ ਕਿ ਜੇਕਰ ਇਹਦਾ ਮਤਲਬ ਇਹ ਨਹੀਂ ਵੀ ਜੇ ਕਿਸੇ ਦੇ ਘਰ 'ਚ ਅੱਗ ਲੱਗੀ ਤਾਂ ਆਪਣੇ ਘਰ ਤੇ ਪਹੁੰਚਣੀ ਨਹੀਂ ਆ। ਜੇ ਉਹਨਾਂ ਨਾਲ ਇਹ ਹੋ ਸਕਦਾ ਤੇ ਆਪਣੇ ਨਾਲ ਵੀ ਹੋ ਸਕਦਾ ਹੈ। ਅਸੀਂ ਇਹਨਾਂ ਗੱਲਾਂ ਨੂੰ ਸਮਝੀਏ। ਕੋਈ ਖਜ਼ਾਨਾ ਦੱਬਿਆ ਕਹਿ ਕੇ ਤਾਂ ਘਰੋਂ ਲੁੱਟ ਖਸੁੱਟ ਕਰਕੇ ਭੱਜ ਜਾਂਦਾ ਹੈ, ਕੋਈ ਕਹਿੰਦਾ ਵੀ ਤੁਹਾਡੀ ਮਾਇਆ ਦੁੱਗਣੀ ਹੋ ਜਾਣੀ ਹੈ ਤੇ ਘਰੋਂ ਤੁਹਾਡੇ ਜਿਹੜੇ ਗਹਿਣੇ ਉਹ ਲੈ ਕੇ ਫਰਾਰ ਹੋ ਜਾਂਦਾ ਹੈ, ਕੋਈ ਇਦਾਂ ਮਾਰ ਕੇ ਤੁਹਾਨੂੰ ਤਾਂ ਫੇਰ ਤੁਰ ਜਾਂਦਾ। ਅਸੀਂ ਕਿਉਂ ਨਹੀਂ ਸੰਭਲਦੇ? ਬਿਲਕੁਲ ਸਹੀ ਗੱਲ ਆ, ਦੁੱਖ ਹੁੰਦਾ ਇਹਨਾਂ ਗੱਲਾਂ ਤੇ। ਬਿਲਕੁਲ ਸਹੀ। ਸੋ ਇਸ ਲਈ ਸੋਚੋ, ਸੋਚ ਬਦਲੋ, ਜਹਾਨ ਬਦਲੇਗਾ। ਬਿਲਕੁਲ ਸਹੀ। ਤੇ ਆਪਾਂ ਹੁਣ ਚੱਲੀਏ ਟਾਣਾ ਸਾਹਿਬ, ਬਿਲਕੁਲ ਚਲੋ ਜੀ, ਜਾਣ ਦਾ ਵੇਲਾ ਹੋ ਗਿਆ ਜੀ। ਪ੍ਰਤੀਕਿਰਿਆ ਆਪਣੀ ਜ਼ਰੂਰ ਪਹੁੰਚਾਇਓ ਸਾਡੇ ਤਾਈਂ। ਦੋਵਾਂ ਦੇ ਇਜਾਜ਼ਤ, ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ।